ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਓਦਦ ਬੰਦਾ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਅੰਤਰ ਮਨ ਚਾਹਤ ਰਸ ਖਾਵਨ ਵਹਿਰ ਤਜਹਿ ਹਿਤ ਲੋਕ ਦਿਖਾਵਨ ਸੇ ਮਰ ਜਨਮਹਿ ਜਗ ਕੇ ਮਾਹੀ ਕਬਹੂ ਹੋਤ ਛੁਟਕਾਰਾ ਨਾਹੀ ਅੰਤਰ ਮਨ ਚਾਹਤ ਰਸ ਖਾਵਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਗੁਰੂ ਗਰੀਬ ਨਵਾਜ ਅੰਤਰਜਾਮੀ ਸਮੁੱਚੀ ਮਾਨਵਤਾ ਦੇ ਸਾਂਝੇ ਰਹਿਬਰ ਵਾਲੀਏ ਕੁਲ ਜਹਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਕਿਰਪਾ ਦੇ ਸਦਕਾ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਵਿਖੇ ਸ਼ਾਮ ਵੇਲੇ ਦੇ ਸੰਧਿਆ ਦੇ ਦੀਵਾਨ ਸਜ ਰਹੇ ਨੇ, ਜਿਨ੍ਹਾਂ ਦੀਵਾਨਾਂ ਦੇ ਵਿੱਚ ਅਸੀਂ ਰੋਜ਼ ਹੀ ਸ੍ਰੀ ਗੁਰ ਇਤਿਹਾਸ ਦੀ ਕਥਾ ਸ਼ਰਵਣ ਕਰਦੇ ਹਾਂ। ਸੋ ਆਓ ਗੁਰੂ ਕੇ ਸਿੱਖੋ, ਜਿਤਨੇ ਮਾਈ ਭਾਈ ਨੇ, ਜੋ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤਾਂ ਨੇ, ਆਪਾਂ ਸਾਰੇ ਹੀ ਗੁਰੂ ਸਾਹਿਬ ਜੀ ਦਾ ਸੁੰਦਰ ਇਤਿਹਾਸ ਸੁਣੀਏ ਤਾਂ ਕਿ ਸਾਨੂੰ ਵੀ ਇਸ ਸੰਸਾਰ ਵਿੱਚ ਗੁਰਸਿੱਖੀ ਦੀ ਜਾਚ ਆ ਜਾਏ। ਗੁਰੂ ਸਾਹਿਬ ਜੀ ਦੀ ਜੋ ਆਗਿਆ ਹੈ, ਸਿੱਖੀ ਪ੍ਰਥਾਏ, ਉਹ ਸਾਨੂੰ ਸਮਝ ਲੱਗ ਸਕੇ, ਕਿਉਂਕਿ ਗੁਰਸਿੱਖੀ ਜਿਹੜੀ ਹੈ ਇਹ ਖੁਦ ਬਖੁਦ ਜੇ ਸਮਝਣਾ ਚਾਹੀਏ ਨਹੀਂ ਸਮਝ ਲੱਗਦੀ ਹੈ। ਬੰਦਾ ਡਾਵਾਡੋਲ ਹੋ ਜਾਂਦਾ ਹੈ, ਭੁੱਲ ਜਾਂਦਾ ਹੈ। ਪਰ ਰੋਜ਼ ਰੋਜ਼ ਗੁਰੂ ਦੀ ਸਿੱਖਿਆ ਸੁਣਨੀ, ਸਿੱਖੀ ਸਿੱਖਿਆ ਗੁਰ ਵਿਚਾਰ, ਇਹ ਰੋਜ਼ ਰੋਜ਼ ਗੁਰੂ ਦੀ ਸਿੱਖਿਆ ਲੈਣੀ, ਰੋਜ਼ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ, ਇਹ ਫਿਰ ਸਾਡੇ ਅੰਦਰ ਗੁਰੂ ਸਾਹਿਬ ਦੀ ਸਿੱਖੀ ਇੱਕ ਘਾੜਤ ਘਟ ਜਾਂਦੀ ਹੈ। ਫਿਰ ਸੰਸਾਰ ਦੁਖੀ ਹੋਵੇ ਤੇ ਹੋਏ, ਸਾਨੂੰ ਦੁੱਖ ਨਹੀਂ ਪੋ ਸਕਦਾ, ਕਿਉਂਕਿ ਸਿੱਖੀ ਇੱਕ ਸੁੱਖਾਂ ਦਾ ਖਜ਼ਾਨਾ ਹੈ ਜਿਸ ਵਿੱਚ ਕਦੇ ਦੁੱਖ ਨਹੀਂ ਹੈ, ਸਗੋਂ ਤਮਾਮ ਅਮਰ ਅਟਲ ਐਸਾ ਸੁੱਖ ਹੈ ਜਿਸ ਦੇ ਬਾਰੇ ਬਿਆਨ ਨਹੀਂ ਹੋ ਸਕਦਾ। ਜਿਵੇਂ ਅਸੀਂ ਪਿੱਛੇ ਦੀਵਾਨਾਂ ਵਿੱਚ ਸੁਣ ਰਹੇ ਸਾਂ ਕਿ ਗੁਰੂ ਗਰੀਬ ਨਵਾਜ ਅੰਤਰਜਾਮੀ
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤਲਵੰਡੀ ਤੋਂ ਕੁਰੂਕਸ਼ੇਤਰ ਵਿਖੇ ਜਿਸ ਵਕਤ ਗਏ ਨੇ, ਜਿੱਥੇ ਕਿ ਸੂਰਜ ਗ੍ਰਹਿਣ ਦੇ ਪੁਰਬ 'ਤੇ ਬਹੁਤ ਸਨਾਤਨ ਧਰਮ ਦੇ ਵੱਖ-ਵੱਖ ਫਿਰਕੇ ਸੰਪਰਦਾਵਾਂ ਇਕੱਠੀਆਂ ਹੋਈਆਂ, ਕਿਉਂਕਿ ਭਾਰੀ ਮੇਲਾ ਲੱਗਾ ਸੀ ਉੱਥੇ। ਅਤੇ ਉੱਥੇ ਹੀ ਸੰਨਿਆਸੀ, ਬਰਾਗੀ, ਤਿਆਗੀ ਇਤਿਆਦਿ ਬ੍ਰਹਮਚਾਰੀ, ਗ੍ਰਹਸਥੀ, ਬਾਨਪ੍ਰਸਤੀ, ਬ੍ਰਾਹਮਣ ਸਭ ਉੱਥੇ ਪਹੁੰਚੇ ਹੈ। ਦੀਨ ਦੁਨੀਆ ਦੇ ਵਾਲੀ ਵੀ ਉੱਥੇ ਗਏ ਨੇ, ਪਰ ਕੌਣ ਦੇਖਦਾ ਹੈ? ਮੇਲੇ ਦੀ ਭਰਮਾਰ ਹੁੰਦੀ ਹੈ, ਦੁਨੀਆ ਕਿਸੇ ਨੂੰ ਨਹੀਂ ਦੇਖਦੀ ਹੈ, ਆਪਣੇ ਰੰਗਾਂ ਵਿੱਚ ਰੱਜੇ ਹੁੰਦੇ ਆ ਸਾਰੇ। ਕਿਸੇ ਨੇ ਸਤਿਗੁਰਾਂ ਨੂੰ ਦੇਖਿਆ ਹੀ ਨਾ। ਤਾਂ ਇੱਕ ਪਟਨੇ ਸਾਹਿਬ ਦਾ ਰਾਜਕੁਮਾਰ ਸੀ, ਅਤੇ ਉਸ ਨੂੰ ਰਾਜ ਮਹਿਲ ਵਿੱਚੋਂ ਕੱਢ ਦਿੱਤਾ ਸੀ ਧੱਕੇ ਮਾਰ ਕੇ। ਉਹ ਵਿਚਾਰਾ ਹਾਰਿਆ ਹੋਇਆ ਆਪ ਦੀ ਬਿਰਧ ਮਾਤਾ ਨੂੰ ਲੈ ਕੇ ਉਹ ਵੀ ਇਸ ਮੇਲੇ ਵਿੱਚ ਹਿੱਸਾ ਪਾ ਰਿਹਾ ਸੀ। ਆਇਆ ਸਤਿਗੁਰਾਂ ਦੇ ਕੋਲ ਦੁਖੀ ਜਾਣ ਕੇ। ਸਤਿਗੁਰੂ ਜੀ ਨੇ ਕਿਹਾ, ਆਓ ਰਾਜਕੁਮਾਰ, ਕਿਵੇਂ ਆਉਣਾ ਹੋਇਆ? ਕਹਿਣ ਲੱਗਾ, ਮਹਾਰਾਜ ਜੀ, ਮੇਰਾ ਸਾਰਾ ਰਾਜ ਭਾਗ ਖੁੱਸ ਗਿਆ ਹੈ। ਮੇਰੇ ਕੋਲੋਂ ਮੇਰੇ ਪਿਤਾ ਨੇ, ਮੇਰੇ ਸੰਬੰਧੀਆਂ ਨੇ ਰਾਜ ਭਾਗ ਖੋਹ ਲਿਆ ਹੈ। ਹੁਣ ਮੈਨੂੰ ਦਿੰਦੇ ਨਹੀਂ ਹੈ, ਧੱਕੇ ਮਾਰ ਕੇ ਮੈਨੂੰ ਰਾਜ 'ਚੋਂ ਬਾਹਰ ਕੱਢ ਦਿੱਤਾ ਹੈ। ਤਾਂ ਹੁਣ ਮੇਰੇ ਕੋਲ ਤਾਂ ਕੁਛ ਹੈ ਨਹੀਂ ਹੈ, ਮੇਰੇ ਤਾਈਂ ਦੱਸੋ, ਆਗਿਆ ਦਿਓ, ਜਿਵੇਂ ਕਿਵੇਂ ਮੇਰਾ ਰਾਜ ਭਾਗ ਮੁੜ ਮੈਨੂੰ ਮਿਲਾਵੇ। ਅਤੇ ਸਤਿਗੁਰੂ ਜੀ ਨੇ ਕਿਹਾ, ਭਾਈ ਤੂੰ ਜੱਗ ਕਰ, ਇਹ ਗਰੀਬਾਂ ਨੂੰ ਭੋਜਨ ਛਕਾ ਦੇ, ਤਾਂ ਕਰਕੇ ਤੈਨੂੰ ਫਿਰ ਮੁੜ ਰਾਜ ਮਿਲ ਜਾਏਗਾ। ਕਹਿਣ ਲੱਗਾ, ਮਹਾਰਾਜ ਮੇਰੇ ਕੋਲ ਤਾਂ ਕੋਈ ਧਨ ਨਹੀਂ ਹੈ, ਦਬੜਾ ਨਹੀਂ, ਕੋਈ ਇੱਕ ਕੌਡੀ ਵੀ ਨਹੀਂ ਹੈ, ਸਾਰਾ ਧਨ ਮੇਰੇ ਕੋਲੋਂ ਖਰਚ ਹੋ ਗਿਆ ਹੈ। ਹੁਣ ਤਾਂ ਖਾਲੀ ਹੱਥ ਆਇਆ ਹਾਂ ਤੁਹਾਡੇ ਕੋਲ। ਆਹ ਇੱਕ ਮਿਰਗ ਮਾਰ ਕੇ ਲਿਆਂਦਾ, ਹਿਰਨ ਮਾਰ ਕੇ ਲਿਆਂਦਾ ਤੁਹਾਡੀ ਭੇਟਾਂ ਦੇ ਵਿੱਚ। ਜੇ ਤੁਸੀਂ ਆਖੋ ਤਾਂ ਮੈਂ ਤੁਹਾਨੂੰ ਭੇਟਾਂ ਕਰ ਦਿੰਦਾ ਹਾਂ, ਇਹੋ ਮੇਰੀ ਭੇਟਾ ਹੈ। ਅਤੇ ਸਤਿਗੁਰੂ ਜੀ ਨੇ ਜਾਣਿਆ ਵੀ ਇਹ ਮੌਕਾ ਹੈ। ਹੁਣ ਇਸ ਮੌਕੇ ਸਾਰੇ ਬ੍ਰਾਹਮਣਾਂ ਨੂੰ ਇਕੱਠੇ ਕਰਨ ਦਾ ਇੱਕ ਸਬੱਬ ਬਣ ਮਿਲਦਾ ਹੈ। ਅਤੇ ਸਤਿਗੁਰੂ ਜੀ ਨੇ ਕਿਹਾ, ਅੱਛਾ ਇੱਦਾਂ ਕਰ, ਆਹ ਕੋਰਾ ਮਟਕਾ ਪਿਆ ਹੋਇਆ ਹੈ, ਇਹਨੂੰ ਚੰਗੇ ਤਰੀਕੇ ਨਾਲ ਬਣਾ ਸਵਾਰ ਕੇ ਸਾਫ਼ ਕਰਕੇ, ਅਤੇ ਇਹਦੇ ਵਿੱਚ ਆਹ ਹਿਰਨ ਦੇ ਛੋਟੇ ਛੋਟੇ ਟੁਕੜੇ ਕਰਕੇ ਅਤੇ ਇਹਦੇ ਵਿੱਚ ਰਹਿੰਦੇ। ਸਤਿਗੁਰੂ ਜੀ ਨੇ ਸਾਰਾ ਕੁਛ ਕਿਉਂ ਕਰਨਾ ਸੀਗਾ, ਤੁਸੀਂ ਆਪੇ ਸਮਝ ਜਾਓਗੇ, ਪ੍ਰਸੰਗ ਸੁਣੀ ਜਾਓ। ਸਤਿਗੁਰੂ ਜੀ ਦੇ ਕਹੇ ਮੁਤਾਬਕ ਰਾਜਕੁਮਾਰ ਨੇ ਉਹ ਹਿਰਨ ਦਾ ਮਾਸ ਰਿੰਨ ਲਿਆ ਹੈ, ਅਤੇ ਮਾਸ ਰਿੰਨੇ ਦੀ ਜਿਹੜੀ ਹੁਣ ਸੁਗੰਧੀ ਆ ਰਹੀ ਹੈ, ਅਤੇ ਉਹ ਤਾਂ ਸਾਰੇ ਬੰਨੇ ਫੈਲਦੀ ਪਈ ਹੈ। ਬ੍ਰਾਹਮਣ ਨੱਕ ਫਲਾਉਂਦੇ ਨੇ, ਇਹ ਸੰਨਿਆਸੀ ਬਰਾਗੀ ਬੜੇ ਗੁੱਸੇ ਵਿੱਚ ਨੇ, ਆਖਦੇ ਨੇ ਕਿਹੜੇ ਮੂਰਖ ਨੇ ਇਹ ਦੁਸ਼ਟ ਕਰਮ ਕੀਤਾ ਹੈ। ਉਹ ਗੁੱਸੇ ਨਾਲ ਆ ਗਏ ਆ, ਆਪਦੇ ਕੁੱਤਕੇ ਫੜ ਕੇ, ਸਲੋਤਰ ਫੜੇ ਹੋਏ ਹੈ, ਕਈਆਂ ਰੋੜੇ ਫੜੇ ਹੈ, ਆ ਗਏ ਨੇ ਵੀ ਜਿਹੜਾ ਵੀ ਹੋਏ ਇਸ ਵਕਤ ਸਾਡੇ ਰੰਗ ਵਿੱਚ ਭੰਗ ਪਾਉਣ ਵਾਲਾ ਛੱਡਾਂਗੇ ਨਹੀਂ ਅਸੀਂ ਆਪਾਂ ਨੂੰ। ਇੱਦਾਂ ਕਰਕੇ ਉਹ ਸਤਿਗੁਰਾਂ ਦੇ ਕੋਲ ਆ ਗਏ, ਬੜੇ ਗੁੱਸੇ ਨਾਲ ਬੋਲੇ ਹੈ, ਐ ਪੁਰਖਾ ਤੂੰ ਕੌਣ ਹੈ, ਇੱਥੇ ਕਿਵੇਂ ਆ ਗਿਆ? ਤੈਨੂੰ ਪਤਾ ਹੈ ਇੱਥੇ ਸਾਡਾ ਧਰਮ ਦਾ ਸੰਬੰਧ ਮਿਲਿਆ ਹੋਇਆ ਹੈ, ਇੱਥੇ ਧਾਰਮਿਕ ਸੰਮੇਲਨ ਹੈ, ਤੂੰ ਸਾਡੇ ਰੰਗ ਵਿੱਚ ਭੰਗ ਪਾਉਂਦਾ ਹੈ ਆ ਕੇ। ਤੈਨੂੰ ਪਤਾ ਨਹੀਂ ਅਸੀਂ ਤਾਂ ਸ਼ਾਕਾਹਾਰੀ ਹਾਂ, ਵੈਸ਼ਨੋ ਬਿਰਤੀ ਵਾਲੇ ਹਾਂ, ਤੂੰ ਇੱਥੇ ਆ ਕੇ ਮਾਸ ਰਹਿੰਦਾ ਹੈ, ਤੈਨੂੰ ਸ਼ਰਮ ਚਾਹੀਦੀ ਹੈ। ਬੜੇ ਉੱਠੇ ਸਿੱਧੇ ਬੋਲ ਬੋਲਦੇ ਹੈ। ਅਤੇ ਸਤਿਗੁਰੂ ਜੀ ਕਹਿਣ ਲੱਗੇ, ਅੱਛਾ ਠੀਕ ਹੈ ਤੁਹਾਡੀ ਗੱਲ ਮੈਂ ਮੰਨਦਾ ਹਾਂ, ਪਰ ਤੁਸੀਂ ਉਹ ਤਾਂ ਕਹਿੰਦੇ ਹੋ ਕਿ ਬ੍ਰਾਹਮਣ ਦਾ ਕਰਮ ਹੈ ਵੇਦ ਪੜ੍ਹਨੇ, ਪੂਜਾ ਕਰਨੀ ਕਰਾਉਣੀ, ਜਗ ਕਰਨਾ ਕਰਾਉਣਾ, ਵਿੱਦਿਆ ਪੜ੍ਹਨੀ ਪੜ੍ਹਾਉਣੀ। ਇਹ ਤੁਸੀਂ ਉਹ ਤਾਂ ਕਹਿੰਦੇ ਹੋ ਕਿ ਛਤਰੀ ਦਾ ਕਰਮ ਹੈ ਯੁੱਧ ਵਿੱਚ ਜੂਝ ਜਾਏ, ਅਤੇ ਅਸੀਂ ਤਾਂ ਛਤਰੀ ਹਾਂ। ਸਤਿਗੁਰੂ ਜੀ ਦੀ ਬੇਦੀ ਕੁੱਲ ਇਹ ਛਤਰੀਆਂ ਦੀ ਵੰਸ਼ ਹੈ। ਸਤਿਗੁਰੂ ਕਹਿਣ ਲੱਗੇ ਅਸੀਂ ਤਾਂ ਛਤਰੀ ਹਾਂ, ਸਾਡਾ ਤਾਂ ਕਰਮ ਹੈ, ਅਸੀਂ ਤਾਂ ਜਦੋਂ ਜੀ ਚਾਹੀਏ ਸ਼ਿਕਾਰ ਕਰ ਸਕਦੇ ਹਾਂ, ਸਾਨੂੰ ਕੋਈ ਰੋਕ ਨਹੀਂ ਸਕਦਾ, ਕਿਉਂਕਿ ਸਾਡਾ ਧਰਮ ਹੈ, ਸਾਨੂੰ ਕੋਈ ਮਨਾਹੀ ਨਹੀਂ ਹੈ। ਕਹਿਣ ਲੱਗੇ ਜੇ ਤੁਸੀਂ ਛਤਰੀ ਹੋ, ਤੁਹਾਡੇ ਫਿਰ ਸ਼ਸਤਰ ਕਿੱਥੇ ਹੈ, ਤੁਹਾਡੀ ਤਲਵਾਰ ਕਿੱਥੇ, ਤੁਹਾਡਾ ਤੀਰ ਕਮਾਨ ਕਿੱਥੇ ਹੈ? ਜੇਕਰ ਤੁਸੀਂ ਛਤਰੀ ਹੋ, ਤੁਹਾਡਾ ਕਮਰ ਕੱਸਾ ਕਿੱਥੇ ਹੈ?
सतगुरु जी ने आख्या कि साडे कोल गरीबी रूपी गधा है, ए परमात्मा का नाम ही साडे कोलों खड़ग है, तलवार है। कह लगे गल्लां तुसीं धर्म दीयां करदे हो ते शरेआम तुसीं हिरण मारिया होया है, ये किधर दा धर्म है तुहाडा? बड़ियां गल्लां करदे है, तरह तरह दीयां दलीलां दिंदे है, क्योंकि ब्राह्मण वारे नहीं सी आउण दिंदे किसी नूं। उन्हां ब्राह्मणां विचों एक नानू पंडित सी साध संगत जी। ਇਹ ਨਾਨੂ ਪੰਡਿਤ ਬੜਾ ਵਿਦਵਾਨ ਸੀ, ਉਹ ਚਾਰੇ ਦਿਸ਼ਾਵਾਂ ਨੂੰ ਜਿੱਤ ਕੇ ਆਇਆ ਸੀ। ਭਾਵ ਕਿ ਜਿੱਥੇ ਵੀ ਜਾਂਦਾ ਕਿਸੇ ਨੂੰ ਚਰਚਾ ਵਿੱਚ ਵਾਰੇ ਨਹੀਂ ਸੀ ਆਉਣ ਦਿੰਦਾ, ਸਾਰੇ ਉਹਦੇ ਅੱਗੇ ਘੁਟਨੇ ਟੇਕ ਲੈਂਦੇ ਸੀ। ਉਹਨੂੰ ਮਾਣ ਹੋ ਗਿਆ, ਖੌਰੇ ਮੈਂ ਹੀ ਨਾਨਕ ਹਾਂ, ਕਿਉਂਕਿ ਉਹਨੇ ਭਵਿੱਖਤ ਪੁਰਾਣ ਪੜ੍ਹਿਆ ਹੋਇਆ ਸੀ, ਜਿਸ ਵਿੱਚ ਲਿਖਿਆ ਸੀ ਕਿ ਕਲਯੁਗ ਵਿੱਚ सतगुरु नानक देव जी जीवां दी कल्याण हित आवणगे ते बहुत वड्डा भगती का प्रचार करनगे। उन्हें सोचा कि मेरा नाम नानू है, खौरे मैं ही ना नानक होवां। उन्हें सारे लोगों को यह कह दिता कि मैं ही नानक हाँ, पर पता नहीं सी कि अज जिहड़े सचमुच नानक है वो सामने मेरे मिल पैणगे, ये तो नहीं सी उन्हें पता। पर वो भी आ गया चर्चा दे विच हिस्सा पाउण वास्ते। आए ने सतगुरां कोल ते सतगुरु कहण लगे भाई किस नूं पाप लगदा है मांस खाने का, किस नूं नहीं लगदा है, दसो भला तुहाडा मत की आखदा है? वो आखदे है कि साडे मत विच तां मांस की सख्त मनाही है। ठीक है, सतगुरु कहण लगे चंगी गल है। अच्छा तुहाडे मत विच सख्त मनाही है, वो कहण लगे तुहाडे मत विच किवें है? सतगुरु कह लगे कि जेड़ा मनुख आप सूरमा होए, सिर देण वास्ते तैयार होए, जेड़ा मनुख मुर्दे नूं जिउंदी करन दी क्षमता रखदा होए, वो मांस खाण दा अधिकारी है। फिर दूसरी गल, एक वो सूरमा जिन्हें युद्ध विच लड़ना है, उहदे कोल खाण वास्ते कुछ भी नहीं है, हुण वो मांस खा सकदा है। जिहदे कोल हुण कुछ है नहीं प्राणां दी रखिया वास्ते वो खा सकता है, पर जिहदे कोल सारा कुछ है वो जान बुझ के करे, यह फजूल है। एक होर उदाहरण सतगुरु कह लगे जिहड़े मनुख का आपदा हंकार मिट गया होए, जिहड़ा तन नूं कुछ भी ना समझे, जदों समा मिले विपता पए ते आपदा तन ही बलिदान कर दे, ओहो जे सूरमे नूं मांस खाधे का कोई पाप नहीं है, क्योंकि वह शरीर नूं समझदा कुछ नहीं है। ਜਿਹੜਾ सुख दुख तो उपर उठ गया है उन्होंने पाप भला की लगेगा, क्योंकि पाप का असर की है दुख आना, तो जिन्हें सुख दुख समझा ही कुछ नहीं उन्होंने पाप की लगेगा भला। इस वास्ते उन्होंने कोई पाप नहीं है। पर साडी की निगाह है, असी सोचने सारिਆਂ वास्ते है, नहीं सारिਆਂ वास्ते नहीं है। गुरु दे कोल कई तरह के सिख आउंदे है। एक सिख ने जिहड़े भजन बंदगी करने वाले ने, नाम अभ्यासी ने, एक सिख ने जिहड़े कहंदे महाराज मन ही टिकदा है, की साडे ताईं आग्या है? तो गुरु साहब जी ने कहा है कि जिहड़ा मन ही टिकदा है, भजना आनंद विच रस नहीं आउंदा, उहदे वास्ते दूसरा रस्ता है धर्म युद्ध। ऐ सतगुरां ने कहा दसन कथा भागवत की, वाखा करी बनाए अवर बासना नाहे मम, धर्म युद्ध कह चाहे। कह लगे दूसरा रस्ता है धर्म युद्ध करे, धर्म दे विच उतर जाए तो सवासां नूं आपदे शरीर नूं बलिदान कर दे। जिहड़ा धर्म विच शहीद हो जाए वो भी उसे पदवी नूं प्राप्त करेगा जिस पदवी नूं नाम दे रस वाले ने प्राप्त किया है। दो ही मार्ग ने, एक शहीदी ते दूसरा नाम दा झरना वग जाना। ऐ हुण खुद विचार करनी असीं कित्थे खड़े हाँ। जे असीं मांस खाण दे शौकीन हाँ, फिर धर्म युद्ध विच सानूं हिस्सा लेना चाहिए। फिर सानूं शरीर देण लग्गिआं ऐ कोई शर्म लज्जा नहीं करनी चाहिए है। जे सानूं डर लगदा है, आप दी मौत दा भै है, तो फिर उहनूं मांस खाण दा कोई अधिकार नहीं है। जिहनूं आपदे प्राणां दी रखिया वास्ते हमेशा चिंता बनी रहिंदी है, भला चित कुकड़ी वर्गा है, गल्लां पहाड़ जिहड़ियां करे, की मायने रखदी है गल। सतगुरु कह लगे हुण तुहानूं दसदे हां किहड़ा मांस खाण दा अधिकारी है, किहड़ा नहीं है। सतगुरु जी ने मलार राग दे विच शब्द भी बयान कीता है, वो बड़े प्रेम नाल श्रवण करिए
एक दफ़ा सारिया संगतां ने मिल के सतगुरु नानक देव जी के चरणों का ध्यान लगा के उचारण करना, सतनाम श्री वाहिगुरु साहिब जी, सतनाम श्री वाहिगुरु साहिब जी। अंतर मन चाहत रस खावन, एक बंदे की हालत है, बाहरों तो वह लिबास पा लिया है धार्मिक, पर मन में की होया, उहदे मन में उहदे एक लगी हुई है इच्छा बनी हुई है कि कुछ खा लवां। बाहरों भावें लिबास पा लिया है, मन में हमेशा गल बनी रहिंदी है आखिर मांस खा लवां कि ना खा लवां। यह दुविधा बनी हुई है मन में उहदे। यह वो मन में जिहड़ी दुविधा बनी है ना, उहदे बारे सतगुरु कह लगे है, वहर तजहे हित लोक दिखावन। एक इहो जे मनुख ने कि लोकाचारी अपने आप को आखदे असीं जी शाकाहारी, असीं तो खांदे कुछ नहीं हाँ, असीं तो बड़े ज़्यादा वैष्णव बिरती वाले, असीं तो खांदे नहीं कुछ। हाँ, यह मनुखों की गल करते हैं। अंदर मन में ये इच्छा बनी हुई है कि किधरे मिल जाए कोई तड़का लगा होया तो खा लवांगे, तो दूसरे बंदे लोगों को आखदे जी असीं तो खांदे कुछ नहीं हाँ, ऐसे असीं जी शाकाहारी हाँ, कुछ खांदे ही ना। सतगुरु कह लगे वो मनुख जिहड़ा दुविधा विच पिया होया है, जिहड़ा अंदर जिन मन होर मुख होर सिकांदे कचे आ, जिहदे मन में कुछ होर है ते मुख ते कुछ होर है, वो कच्चा है, झूठा है, सिख नहीं गुरु दा। यह गल तो पक्की है। गुरु साहब कह लगे सो मर जन्मह जग के माही, वो मनुख जन्मदा मरदा रहेगा, क्योंकि जन्म मरण की कटन की निशानी है दुविधा नाश हो जाती है। दुविधा नहीं रह जाती है फिर कि काम करा कि ना करा, मांस खा लवां कि ना खावां। पुछदे फिरदे ने लोग कई कह लगे बाबा जी मांस खा लेना चाहिए कि नहीं खाना चाहिए। उन्होंने ये आप समझ चाहिए है कि जे साडे कोई थोड़ी जी चोट वजदी है, साडा दिल तो धड़कदा है, पीड़ा हुंदी है, तो फिर असी मांस खाण दीयां गल्लां करदे हां। ऐ तो समझ उन्हें खुद चाहिए है ना कि जे मैं आप थोड़ी जी चोट नहीं सहार सकता, भला मैं मांस खाण दा अधिकारी हाँ, मैनू मांस खाण दा हक किहने दे दिता। कई पुछदे है, पर ऐ समझ विचार वो खुद करे, खा तो ले पर देख लै फिर फल भुगतन वास्ते भी तैयार हो जा। कबीर जी ने कहा है ना, कबीर खूब खाना खीचड़ी जाम अमृत लोन, हीरा रोटी कारने गला कटावे कौन। कह लगे कि जेकर कोई मांस खाण दी वास्ते इच्छा रखता है ना, फिर गला कटाउण वास्ते तैयार रहे। तो जेकर कोई आखे कि मैं मांस से खा लवां मैनू दुख ना कोई आए, नहीं आवेगा दुख तैनू। फिर तू इस बारे चिंता छड्ड दे कि दुख ना आएगा। हुण सतगुरु निर्णय करते हैं कि मांस है की है। सतगुरु सिद्धा सिद्धांत कढ़ते हैं, दसते हैं कबहू होत छुटकारा नाही। जेड़ा बंदा सोचता है ना कि बुरे काम कर लीए कि ना करिए। कई पुछते हैं बाबा जी शराब की मनाही है कि नहीं मनाही है, पुछते हैं भावें कि गुरबाणी में लिखिया भी है, पर फिर भी वो साडे मूँहों कहाना चाहते भी ये कह देन भी नहीं पी लिया करो कोई नहीं हुंदा। यह कई लोगों की आदत है फजूल के सवाल करने, जिसका कोई अर्थ ही नहीं है। वो बेमैने सवाल करके आप की बुद्धि भ्रिष्ट करते रहते लोग। उन्होंने सुभाव ही बनया होया कईयां दा, वो सारी उम्र पुछते रहते हैं जिहदे बारे क्या है पूछक पथक ते मार्ग न धरै पग, प्रीतम के देश कैसे बातम ते जाई है। वो मनुखा की हालत है, सारी उम्र सवाल ही पुछते रहते ने। आखे बाबा जी नाम किहड़े वेले जपना चाहिए है, आखे बाणी किहड़ी पढ़नी चाहिए है। जिसनूं भुख लगी है वो पुछदा है कि भला सब्जी किहड़ी खानी चाहिए है, वो पुछदा है कि भला रोटी कणक की खानी चाहिए या होर कोई खानी चाहिए है। जिन्होंने भुख लगी है उहदे वास्ते ये गल्लां मायने नहीं रखदियां ने कि नाम कदों जपना चाहिए है। उहदे वास्ते तां हर वेला ही अमृत वेला है,
हाँ जिन्हों नहीं भुख लगी वो तो फिर एवें ही सिर खपाई करने वाली वो हालत है। सतगुरु कह लगी वो जन्म मल नहीं मिट सकता इस तरह, तो ऐ समझ कर दोहरा इस प्रकार कर सबन सो उतरियो बहुर श्लोक। इदा सतगुरु जी ने फिर उन्होंने मनुखों के ताई समझाया है। तो सतगुरु जी कह लगे मरदानिया रबाब शेर बाणी आई है, तो मरदाना जी ने उस वेले रबाब आपके कंधे तो उतारी है, तो लग पे रबाब वजाउन। तो सतगुरु हुण मन की हालत बयान करते हैं। मन विकार तिन प्रगट कीए सुनत बृंद तह लोक। मन के विकार सतगुरु इस शब्द में प्रगट करते हैं कि मन है की है। सुनो चित ला के श्लोक महला पहला, पहला मासो निम्या मास अंदर वास। हुण सतगुरु जी मास बारे जिक्र करते हैं। ਜਿਹੜੇ ਬੰਦੇ ਕਹਿੰਦੇ ਅਸੀਂ ਮਾंस ਖਾਂਦੇ ਹੀ ਨਹੀਂ ਆ, ਅਸੀਂ ਤੇ ਜੀ ਸ਼ਾਕਾਹਾਰੀ ਆ, ਉਹਨਾਂ ਬਾਰੇ ਵੀ ਇਹ ਸਵਾਲ ਹੈ। ਦੂਸਰੇ ਜਿਹੜੇ ਆਖਦੇ ਜੀ ਸਾਨੂੰ ਤੇ ਕੋਈ ਮਨਾਹੀ ਨਹੀਂ ਹੈ, ਅਸੀਂ ਤੇ ਖਾ ਲੈਂਦੇ ਹੁੰਦੇ ਆ, ਉਹਨਾਂ ਨੂੰ ਵੀ ਹੁਣ ਇੱਕ ਸਮਝਾਇਆ ਜਾਏਗਾ। ਕੌਣ ਖਾਵੇ ਤੇ ਕੌਣ ਨਾ ਖਾਵੇ ਇਹ ਸਮਝ ਲੈਣਾ, ਆਪ ਦੀ ਸੋਚ ਤੇ ਇਹ ਆਪ ਪਹਿਰਾ ਦੇਣਾ, ਕਿਉਂਕਿ ਗੁਰੂ ਸਾਹਿਬ ਨੇ ਸਿਰਫ ਸ਼ੀਸ਼ਾ ਦਿਖਾਉਣਾ ਹੈ। ਹੁਣ ਸ਼ਕਲ ਦੇਖਣੀ ਬੰਦੇ ਦੇ ਆਪਣੀ ਦ੍ਰਿਸ਼ਟੀ ਨਾਲ ਹੈ। ਗੁਰੂ ਨੇ ਸ਼ੀਸ਼ਾ ਦਿਖਾ ਦੇਣਾ ਹੈ ਹੁਣ ਸਾਰਿਆਂ ਨੂੰ, ਅਸੀਂ ਕਿੱਥੇ ਖਲੋਤੇ ਹਾਂ ਇਹ ਹੁਣ ਫੈਸਲਾ ਅਸੀਂ ਖੁਦ ਕਰਨਾ ਹੈ। ਇਹ ਗੁਰੂ ਨੇ ਤੁਹਾਨੂੰ ਸਮਝਾ ਦੇਣਾ ਹੈ। ਸਤਿਗੁਰੂ ਕਹਿਣ ਲੱਗੇ ਪਹਿਲਾ ਮਾਸੋ ਨਿੰਮਿਆ। ਇਹ ਭਲੇ ਮਾਨਸਾ ਜਿਹੜਾ ਸਰੀਰ ਦਾ ਪਹਿਲਾ ਜਿਹੜਾ ਮੂਲ ਹੈ, ਜਿਸ ਦੇ ਬਾਰੇ ਕਿਹਾ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ। ਸਰੀਰ ਦਾ ਮੂਲ ਕੀ ਹੈ? ਪੁਰਸ਼ ਦੀ ਬਿੰਬ, ਜਿਸ ਨੂੰ ਅਸੀਂ ਵੀਰੀਏ ਕਹਿ ਦਈਏ। ਪਹਿਲਾ ਮਾਸੋ ਨਿੰਮਿਆ, ਪਹਿਲਾਂ ਸਾਧ ਸੰਗਤ ਜੀ ਪੁਰਸ਼ ਦੇ ਵਿੱਚ ਜੋ ਬਿੰਬ ਹੈ, ਊਰਜਾ ਹੈ, ਉਸ ਨੂੰ ਕਹਿਣ ਲੱਗੇ ਜੀਵ ਦਾ ਸਰੀਰ ਬਣਨ ਲੱਗਾ ਹੈ। ਮਾਸਾ ਅੰਦਰ ਵਾਸ। ਜਦੋਂ ਇਸਤਰੀ ਪੁਰਸ਼ ਦਾ ਸੰਬੰਧ ਹੋਇਆ, ਫਿਰ ਮਾਤਾ ਦੇ ਗਰਭ ਵਿੱਚ ਉਹ ਬਿੰਬ ਠਹਿਰ ਗਿਆ ਹੈ। ਜੀ ਉਪਾਏ ਮਾਸ ਮੋਹੇ ਮਿਲਿਆ, ਹੱਡ ਚੰਮ ਤਨ ਮਾਸ। ਫਿਰ ਉਹ ਜਿਹੜਾ ਜੀਵ ਹੈ, ਜਿਸ ਨੇ ਹੁਣ ਮਾਂ ਦੇ ਗਰਭ ਵਿੱਚ ਆਪ ਦਾ ਤਨ ਧਾਰਿਆ ਹੈ, ਉਸ ਨੂੰ ਹੁਣ ਜੇਰ ਨੇ ਉਹਨੂੰ ਉੱਪਰੋਂ ਘੇਰ ਲਿਆ ਹੈ। ਉਹ ਵੀ ਜੇਰ ਹੁੰਦੀ ਜਿਹੜੀ ਉਹ ਮਾਸ ਹੀ ਹੁੰਦੀ ਹੈ। ਕਹਿਣ ਲੱਗੇ ਜੀ ਉਪਾਏ ਮਾਸ ਮੋਹੇ ਮਿਲਿਆ। ਇਹ ਜਿਹੜਾ ਮਨੁੱਖ ਆਖਦਾ ਮੈਂ ਮਾਸ ਨਹੀਂ ਖਾਂਦਾ ਜੀ, ਮੈਂ ਤੇ ਮਾਸ ਤੋਂ ਬਚਿਆ ਹੋਇਆ ਹਾਂ, ਇਹ ਸਮਝ ਵਿਚਾਰ ਕਰੇ ਜਦੋਂ ਤੂੰ ਮਾਂ ਦੇ ਗਰਭ ਵਿੱਚ ਸੀ, ਤੇਰੇ ਮੂੰਹ ਵਿੱਚ ਮਾਸ ਉਦੋਂ ਵੀ ਸੀ ਜਦੋਂ ਤੇਰਾ ਸਰੀਰ ਬਣ ਲੱਗਾ ਹੈ। ਇਹ ਜਿਹੜੀ ਜੇਰ ਹੈ ਇਹ ਮਾਸ ਹੈ। ਤੇ ਜਦੋਂ ਜੀ ਉਪਾਏ ਮਾਸ ਮੋਹ ਮਿਲਿਆ, ਹੱਡ ਚੰਮ ਤਨ ਮਾਸ। ਪਿਤਾ ਦੇ ਹੱਡ ਤੋਂ, ਪਿਤਾ ਦੇ ਬਿੰਬ ਤੋਂ ਤੇਰੇ ਹੱਡ ਬਣੇ, ਮਾਤਾ ਦੀ ਰਕਤ ਤੋਂ ਤੇਰਾ ਮਾਸ ਬਣਿਆ। ਤਾਂ ਫਿਰ ਮਾਸੋਂ ਬਾਹਰ ਕੱਢਿਆ ਮੰਮਾ ਮਾਸ ਗਿਰਾਸ। ਫਿਰ ਮਾਤਾ ਦੇ ਉਦਰ ਚੋਂ, ਜੋਨੀ ਚੋਂ ਜਦੋਂ ਬਾਹਰ ਕੱਢਿਆ ਹੈ ਜੀਵ ਨੂੰ, ਇਹ ਬੱਚੇ ਨੂੰ ਜਦੋਂ ਬਾਹਰ ਕੱਢਿਆ ਹੈ, ਫਿਰ ਉਸ ਵੇਲੇ ਭੁੱਖ ਲੱਗੀ ਹੈ ਤੇ ਮਾਤਾ ਦੇ ਅਸਥਨਾਂ ਚੋਂ ਦੁੱਧ ਮਿਲਿਆ ਹੈ, ਇਹ ਵੀ ਮਾਸ ਹੈ। ਹੁਣ ਮਾਸ ਕਿੱਥੋਂ ਬਚਾਏਗਾ ਤੂੰ ਆਪਣੇ ਆਪ ਨੂੰ? ਮਾਂ ਦੇ ਕੋਲੋਂ ਦੁੱਧ ਪੀਤਾ ਹੈ, ਇਹ ਵੀ ਮਾਸ ਹੈ। ਫਿਰ ਮੋਹ ਮਾਸਾ ਹੈ, मोह मासा का जीव मासा की, मासा अंदर सास। तेरा मुँह भी मास का है ना, जीभ भी मास की है। तो फिर मास विच ही तेरे सवास चलते ने, सारे सवास जिहड़े होंदे भी मास विचों हो के जाते हैं ना। मास को तू किवें मनाही कर सकता है? ऐ खुद विचार कर। वड्डा होवा विआहिया करदा आया मास, हुण जवान हो गया है। तो हुण जिहड़ी लड़की विआह के लिआंदी है वो किधरे पत्थर की तो नहीं है, ना किधरे सोने की है, वो भी मास की बनी हुई है। ऐ हुण लड़की विआह के लै आया हाँ, तेरा विआह हो गया है, विआह वेले भी मास ही घर विच लै आया हाँ। मासो ही मास उपजै मासों सभो साक। ते जिन्ने रिश्तेदार है, संबंधी है, जिन्ने साडे
आप दे संबंध जुड़े हुए है वो सारे मास नाल संबंधित ने, क्योंकि आत्मा ते कौन देखता है। हुण मां ते पुत्र का स्नेह ये मास नाल ही संबंध है, नहीं तो मां नूं की पता है यह पुत्र पहला कौन सी, कित्थों आया है। संबंध सारा आकर्षितपन मास नाल है। सो ये तो हुण विचार कर लै तू, मासों ही मास उपजै, मासों सब है साख। सारे रिश्तेदार संबंधी ਇਹ ਮਾਸ ਤੋਂ ਹੀ ਬਣੇ ਹੋਏ ਨੇ। ਸਤਿਗੁਰ ਮਿਲਿਆ ਹੁਕਮ ਬੁਝੀਐ ਤਾਂ ਕੋ ਆਵੈ ਰਾਸ। ਜੇਕਰ ਪੂਰੇ ਸਤਿਗੁਰੂ ਕਿਧਰੇ ਮਿਲ ਪੈਣ, ਇਹ ਫਿਰ ਸਾਨੂੰ ਸਮਝਾ ਦਿੰਦੇ ਨੇ ਕਿ ਭਾਈ ਇਹ ਮਾਸ ਦਾ ਵਿਵਹਾਰ ਨਾਲ ਸੰਬੰਧ ਹੈ, ਪਰ ਅਧਿਆਤਮਿਕ ਪੱਖ ਵਿੱਚ ਚੱਲੇਗਾ ਫਿਰ ਮਾਸ ਦਾ ਕੋਈ ਸੰਬੰਧ ਨਹੀਂ ਰਹੇਗਾ। ਮਾਸ ਇੱਕ ਵਿਵਹਾਰਿਕ ਕਿਰਿਆ ਹੈ, ਇਹਦੇ ਵਿੱਚ ਤੂੰ ਸਰੀਰ ਦੁਆਰਾ ਸਾਰਾ ਕੁਝ ਕਰਦਾ ਪਿਆ ਹੈ, पर जो अध्यात्मिक साधना है उत्थे तेनू ये नहीं जांच करना पैना। तू आखेगा ऐ ते काला है, ऐ गोरा है, आ लंबा है, ऐ मधरा है, ऐ अध्यात्मिक पक्ष विच नहीं करता है। जिहड़ा मनुख नाम अभ्यास करदा होया भी हले इन्हां फजूल दे चक्करां विच पिया होया है, सुंदरता ही देखण विच हले देखदा पिया है किसी दे चेहरे ते किन्ना क नूर है, हले देखदा पिया है किसी का चेहरा किन्ना काला है, किन्ने क दाग डब्बे लगे हुए है। जिहड़ा हले इहो ही फसिया होया है समझ लेना हले मांसाहारी है, हले उहदी बिरती मास विच टिकी हुई है, हले चमदा पुजारी है, उहनूं चमयार ही कह दो तो भला ही है। ते कहण लगे मासों ही मास उपजा, मासों सब है साख। सतगुर मिलिया हुक्म बुझिया तां को आवे रास। सतगुरु मिल जान ते संबोधन कर देंदे है कि भाई मास ऐ ते शरीर की क्रिया है, पर जे तू संसार विचों ऐ छुटना है, बंद खलासी करनी है, फिर तू साधना कर लै। आपदे ध्यान द्वारा देख कि कौन तेरा अपना है, कौन बेगाना है, ऐ समझ लै तू आप ही। जिवें लूण दीयां डलियां ने, कोई छोटे लिफाफे विच पाईयां ने, कोई वड्डे विच पाईयां ने, पर है नमक ही है सारा। इस तरह खंड है, चीनी है, वो कोई छोटे डब्बे विच पाई है, कोई वड्डे विच पाई है, पर है चीनी है सारी। पानी है, पानी कोई छोटे बर्तन विच पाया है, कोई वड्डे विच पाया है तो पानी है। ऐ जीव विचार कर लै एक बार, की हो गया कोई सुंदर है, कोई करूप है, की हो गया कोई लंबा है, कोई मधरा है, कोई भारा है, कोई हल्का है, की हो गया विचार ते कर एक बार। इन्हां विच बेगाना कोई नहीं है, तेरा ही स्वरूप है। तू झाती मार के देख, जो तेरे अंदर है वह इन्हां दे विच है। तां करके सतगुरु दृढ़ करा दिंदे है, आप छुटे नह छुटी है, नानक बचन विनाश। सतगुरु कह लगे कोई बंदा अपने यत्नां द्वारा भावें बड़ी मेहनत करदा होए, बड़े ग्रंथां दा अध्ययन कर लए, पर अपने आप नहीं छुटिया जाता है। अपने द्वारा तो जिन्नियां साडियां कोशिशां होणगियां वो सारियां कोशिशां फजूल सानू ही अड़चन विच फसा देणगियां। सतगुरु कृपा करे तां यह बोध हो जाता है। इस वास्ते गुरु दी चरण शरण लैनी यह हमेशा लाजमी है। दोहरा जन्मादिक ते अपरजो मासों सभे होए। हुण भाई संतोख सिंह जी उसे शब्द नूं अपने अनुसार बयान करते हैं, दसते ने जन्म अते होर क्रिया यह सारा कुछ मास तो ही हो रहा है। बिना मास नह है कछु होए ना होए तो उतरह कोए। सतगुरु जी ने इत्थे कुरुक्षेत्र विच जिस वेले सारे एक बने छे जिहड़े दर्शन है जोगी बान प्रस्तिए फिर जंगम सरेवड़े बैरागी ਇਹ सारे खड़े हुए ने एक बन्ने ते दूसरे बन्ने सतगुरु कल्ले महाराज जी उन्होंने समझा रहे हैं, पर वो कोई भी बोल नहीं सकता सतगुरां दे अगे। हुण की बोलन महाराज अगे? हुण सूरज के सामने टटियाणे का की जोर है? सूरज सामने दीवा की कर सकता है? वो हुण थोड़ा थोड़ा ज्ञान लैके बैठे सी। हुण सतगुरां दा तां ज्ञान सागर वर्गा है,
ਉਹਨਾਂ ਦਾ ਗਿਆਨ ਤੇ ਟੋਭਿਆਂ ਵਰਗਾ ਹੈ, ਥੋੜਾ ਥੋੜਾ, ਪਰ ਸਤਿਗੁਰੂ ਅਨੁਭਵ ਦੁਆਰਾ ਬੋਲਦੇ ਨੇ। ਸਤਿਗੁਰੂ ਕਹਵੇ ਕਿ ਦੇਖੋ ਭਾਈ, ਜਿੰਨਾ ਵੀ ਸੰਸਾਰ ਦਾ ਵਿਵਹਾਰ ਹੈ, ਜੇ ਮਾਸ ਤੋਂ ਬਿਨਾਂ ਹੈ ਤੇ ਦੱਸ ਦਿਓ, ਜੇ ਤੁਹਾਨੂੰ ਲੱਗਦਾ ਹੈ ਤਾਂ। ਗਹਿ ਵਿਰਾਗ ਜੇ ਔਰ ਬਿਖੈ, ਸਤਿਗੁਰ ਕੇ ਟਿਕ ਜਾਏ। ਹੁਣ ਮਨੁੱਖ ਦੇ ਮਨ ਵਿੱਚ ਇਹ ਖਿਆਲ ਹੁੰਦਾ ਹੈ ਕਿ ਗੁਰੂ ਕਿਰਪਾ ਕਿਉਂ ਨਹੀਂ ਕਰਦਾ ਹੈ, ਗੁਰੂ ਨਾਮ ਕਿਉਂ ਨਹੀਂ ਬਖਸ਼ਦਾ ਹੈ। ਜਦੋਂ ਮਨੁੱਖ ਦਾ ਚਿੱਤ ਵੈਰਾਗ ਵਿੱਚ ਆ ਜਾਏ, ਵੈਰਾਗ ਕੀ ਹੈ? ਜਿਹਦੇ ਵਿੱਚ ਸੰਸਾਰ ਦਾ ਰੱਤਾ ਮਾਤਰ ਵੀ ਮੋਹ ਨਾ ਰਹਿ ਜਾਏ, ਬਿਲਕੁਲ ਜਿਹੜਾ ਮਨ ਉਚਾਟ ਹੋ ਜਾਏ ਸੰਸਾਰ ਤੋਂ, ਉਦੋਂ ਗੁਰੂ ਕਿਰਪਾ ਕਰਕੇ ਸਾਨੂੰ ਗਿਆਨ ਦ੍ਰਿੜ ਕਰਾ ਦਿੰਦੇ ਆ। ਕਰਾ ਤੇ ਹੁਣ ਵੀ ਦੇਣ, ਪਰ ਕਹਿਣ ਲੱਗੇ ਜਦੋਂ ਅਧਿਕਾਰੀ ਤੇ ਬਿਨਾਂ ਗਿਆਨ ਦ੍ਰਿੜ ਕਰਾ ਦਈਏ, ਉਹ ਫਿਰ ਫਜ਼ੂਲ ਹੁੰਦਾ ਹੈ। ਭਰੇ ਹੋਏ ਬਰਤਨ ਵਿੱਚ ਪਾਣੀ ਪਾ ਦਈਏ, ਪਾਣੀ ਬਾਹਰ ਰੁੜੇਗਾ, ਵਿੱਚ ਨਹੀਂ ਪਏਗਾ। ਇਸੇ ਤਰ੍ਹਾਂ ਜੇਕਰ ਅਸੀਂ ਸੋਚਦੇ ਹਾਂ ਕਿ ਗੁਰੂ ਸਾਨੂੰ ਗਿਆਨ ਕੋਈ ਨਹੀਂ ਕਰਾ ਦਿੰਦੇ ਹੈ, ਸਾਡਾ ਮਨ ਤੇ ਹਲੇ ਹੋਰ ਕਿਤੇ ਲੱਗਾ ਹੋਇਆ ਹੈ। ਮਨ ਵਿੱਚ ਸਾਡੇ ਹਲੇ ਬੜੀਆਂ ਕਾਮਨਾ ਨੇ। ਜਿੱਦਣ ਪੂਰੀਆਂ ਕਾਮਨਾ ਸਾਡੀਆਂ ਛੀਣ ਹੋ ਗਈਆਂ, ਫਿਰ ਸੋਚਾਂਗੇ ਢਹਿ ਪਿਆ ਦੁਆਰੇ ਤੇਰੇ। ਜਦੋਂ ਸਤਿਗੁਰਾਂ ਦੀ ਸ਼ਰਨ ਵਿੱਚ ਢਹਿ ਕੇ ਆ ਗਿਆ ਹੈ, ਹਾਰ ਪਇਓ ਸੁਆਮੀ ਕੈ ਦੁਆਰਾ, ਦੀਜਾ ਬੁੱਧ ਵਿਵੇਕਾ। ਜਦੋਂ ਹਾਰ ਕੇ ਆ ਗਿਆ ਨਾ ਸਤਿਗੁਰਾਂ ਦੇ ਕੋਲ, ਹੁਣ ਮੇਰੇ ਦੁਆਰਾ ਨਹੀਂ ਕੁਛ ਹੁੰਦਾ ਹੈ। ਕਿਸੇ ਨੇ ਬਚਪਨ ਵਿੱਚ ਹੀ ਸਮਝ ਲਿਆ, ਕਿਸੇ ਨੇ ਜਵਾਨੀ ਵਿੱਚ ਸਮਝ ਲਿਆ, ਕਿਸੇ ਨੂੰ ਬੁੱਢੇ ਵੇਲੇ ਇਹ ਖਿਆਲ ਆ ਗਿਆ, ਪਰ ਜਦੋਂ ਖਿਆਲ ਆਇਆ ਗੁਰੂ ਦੀ ਕਿਰਪਾ ਉਸੇ ਵੇਲੇ ਹੋ ਜਾਣੀ ਹੈ। ਜਦੋਂ ਹੀ ਇਹ ਗੱਲ ਮਨ ਵਿੱਚ ਆ ਗਈ ਹੈ ਕਿ ਸੰਸਾਰ ਮਿਥਿਆ ਹੈ, ਮੇਰਾ ਇਹਦੇ ਨਾਲ ਕੋਈ ਤਾਲੁਕ ਨਹੀਂ ਹੈ, ਜਿੱਦਣ ਗਿਆਨ ਹੋ ਗਿਆ ਕਿ ਇਹ ਸਾਰੀ ਕਿਰਿਆ ਤੇ ਸਰੀਰਾਂ ਦੁਆਰਾ ਬਣੀ ਹੋਈ ਹੈ, ਸਰੀਰਾਂ ਦੇ ਸੰਬੰਧ ਬਣੇ ਹੋਏ ਹੈ, ਸਰੀਰ ਤੋਂ ਉੱਪਰ ਕੋਈ ਅਵਸਥਾ ਨਹੀਂ ਹੈ ਕਿਸੇ ਦੀ, ਜਿੱਦਣ ਇਹ ਬੋਧ ਹੋ ਗਿਆ ਹੈ, ਉਦਣ ਫਿਰ ਗੁਰੂ ਦੇ ਕੋਲ ਆਈਏ, ਕਹੀਏ ਗੁਰੂ ਸਾਹਿਬ ਕਿਰਪਾ ਕਰੋ ਮੇਰੇ ਤਾਈਂ, ਹੁਣ ਮੈਂ ਫਸ ਗਿਆ ਹਾਂ, ਹੁਣ ਕਿਰਪਾ ਕਰਕੇ ਮੈਨੂੰ ਗਿਆਨ ਦ੍ਰਿੜ ਕਰਾਓ। ਮਹਾਤਮਾ ਬੁੱਧ ਨੇ ਬਚਪਨ ਵਿੱਚ ਹੀ ਦੇਖ ਲਿਆ ਸੀ, ਰਾਜਕੁਮਾਰ ਸੀ, ਰਾਜ ਘਰਾਣੇ ਤੋਂ ਬਾਹਰ ਆਇਆ ਹੈ, ਇੱਕ ਬੁੱਢਾ ਆਦਮੀ ਜਾ ਰਿਹਾ ਹੈ, ਲੱਕ ਵਿੱਚ ਕੁੱਬ ਪਿਆ ਹੋਇਆ ਹੈ। ਮਹਾਤਮਾ ਬੁੱਧ ਨੇ ਆਖਿਆ ਇਹ ਬੁੱਢਾ ਕੌਣ ਹੈ? ਉਹਨਾਂ ਆਖਿਆ ਕਿ ਸਾਰੇ ਮਨੁੱਖ ਇੱਦਾਂ ਹੀ ਚੱਲ ਹੋ ਜਾਂਦੇ ਹੈ ਉਮਰ ਦੇ ਤਕਾਜ਼ੇ ਨਾਲ। ਕਹਿਣ ਲੱਗੇ ਸਾਰੇ ਹੋ ਜਾਣਗੇ? ਕਹਿਣ ਲੱਗੇ ਹਾਂ, ਉਮਰ ਦੇ ਨਾਲ ਸਾਰੇ ਬੁੱਢੇ ਹੋ ਜਾਣਗੇ। ਫਿਰ ਉਹਨੇ ਦੇਖਦਿਆਂ ਇੱਕ ਮਨੁੱਖ ਦੀ ਅਰਥੀ ਦੇਖੀ ਹੈ, ਕੋਈ ਜੀਵ ਚਲਾਣਾ ਕਰ ਗਿਆ ਸੀ, ਉਹਦੀ ਅਰਥੀ ਦੇਖੀ ਹੈ। ਹੁਣ ਬੱਚੇ ਨੂੰ ਤੇ ਨਹੀਂ ਪਤਾ ਕਿ ਕੀ ਹੁੰਦਾ ਹੈ ਬੰਦੇ ਨਾਲ। ਉਹਨੇ ਆਖਿਆ ਕਿ ਇਹ ਕੌਣ ਜਾ ਰਿਹਾ ਹੈ? ਉਹ ਕਹਿਣ ਲੱਗੇ ਕਿ ਇਹ ਬੰਦਾ ਚੜ੍ਹਾਈ ਕਰ ਗਿਆ ਹੈ। ਮਹਾਤਮਾ ਨੇ ਆਖਿਆ ਕਿ ਸਾਰੇ ਕਰ ਜਾਣਗੇ ਚੜ੍ਹਾਈ? ਤੇ ਅਹਿਲਕਾਰ ਆਖਿਆ ਹਾਂਜੀ ਰਾਜਕੁਮਾਰ ਜੀ, ਸਾਰੇ ਚੜ੍ਹਾਈ ਕਰ ਜਾਣਗੇ, ਇੱਥੇ ਕੋਈ ਨਹੀਂ ਰਹੇਗਾ। ਇਹ ਮਨ ਵਿੱਚ ਉਸ ਵੇਲੇ ਗਿਆਨ ਹੋ ਗਿਆ ਹੈ, ਓਹੋ ਜੇ ਸਾਰੇ ਚਲੇ ਜਾਣਗੇ ਫਿਰ ਮੈਂ ਕੀ ਕਰਨਾ ਹੈ। ਉਦੋਂ ਹੀ ਮਨ ਵਿੱਚ ਹੋ ਗਿਆ ਕਿ ਮੈਂ ਹੁਣ ਇੱਥੇ ਨਹੀਂ ਰਹਾਂਗਾ। ਉਹ ਕੀ, ਜਿੱਦਣ ਮਨੁੱਖ ਦੇ ਮਨ ਵਿੱਚ ਇਹ ਆ ਗਈ ਹੈ ਉਪਰਾਮਤਾ ਵੀ ਜੇ ਸਾਰਾ ਸੰਸਾਰ ਹੁਣ ਨਾਸ਼ਵੰਤ ਹੈ, ਪਰਮਾਤਮਾ ਦੇ ਤਕਾਮਤ ਵਿੱਚ ਲੱਗ ਗਏ, ਹੁਣ ਪਰਮਾਤਮਾ ਦੇ ਰਾਸਤੇ 'ਤੇ ਚਲੇ ਪਏ ਆ, ਹੁਣ ਸੰਸਾਰ ਦੀ ਪਰਵਾਹ ਨਹੀਂ ਕੋਈ ਹੈ। ਪਤਾ ਲੱਗ ਗਿਆ ਹੈ ਕਿ ਜੇਕਰ ਕੋਈ ਜੀਆ ਹੈ ਉਹ ਵੀ ਚਲੇ ਜਾਏਗਾ, ਜੇਕਰ ਕੋਈ ਮਰ ਕੇ ਜਿਉਂਦਾ ਰਿਹਾ ਹੈ ਉਹਨੇ ਵੀ ਜਾਣਾ ਹੈ। ਦੁਖੀ ਵੀ ਜਾਏਗਾ, ਸੁਖੀ ਵੀ ਜਾਏਗਾ, ਅਮੀਰ ਵੀ ਜਾਏਗਾ ਤੇ ਗਰੀਬ ਵੀ ਜਾਏਗਾ। ਜਿੱਦਣ ਇਹ ਗੱਲ ਭਰੋਸੇ ਵਿੱਚ ਆ ਗਈ ਹੈ, ਨਿਸ਼ਚਾ ਹੋ ਗਿਆ, ਤੇ ਗੁਰੂ ਸਾਹਿਬ ਫਿਰ ਸਮਝਾ ਦਿੰਦੇ ਆ ਕਿਰਪਾ ਕਰਕੇ, ਤਾਂ ਕੋ ਦੇ ਉਪਦੇਸ਼ ਜਬ ਭੇਦਾਂ ਸਰਬ ਲਖਾਏ। ਉਸ ਨੂੰ ਫਿਰ ਜਦੋਂ ਹੀ ਸਤਿਗੁਰੂ ਜੀ ਉਪਦੇਸ਼ ਦਿੰਦੇ ਆ, ਉਸੇ ਵੇਲੇ ਜੀਵਨ ਬਦਲ ਜਾਂਦਾ ਹੈ। ਗੁਰੂ ਸਾਹਿਬ ਨੇ ਕਹਿਣਾ ਹੈ ਬਸ ਕਿ ਤੂੰ ਪਰਮੇਸ਼ਵਰ ਦਾ ਸਰੂਪ ਹੈ, ਤੇਰੇ ਵਿੱਚ ਤੇ ਉਹਦੇ ਵਿੱਚ ਕੋਈ ਭੇਦ ਨਹੀਂ ਹੈ, ਸਿਰਫ ਸਰੀਰਾਂ ਦਾ ਭੇਦ ਹੈ। ਤੂੰ ਸਰੀਰ ਮੰਨਿਆ ਹੋਇਆ ਹੈ ਆਪਣੇ ਆਪ ਨੂੰ। ਗੁਰੂ ਨੇ ਕਹਿਣਾ ਹੈ, ਉਸੇ ਵੇਲੇ ਗਿਆਨ ਹੋ ਜਾਣਾ ਹੈ। ਖੁਦ ਜਿੰਨੇ ਮਰਜ਼ੀ ਯਤਨ ਕਰੀਏ ਨਹੀਂ ਹੋਏਗਾ। ਪੜ੍ਹ ਕੇ ਮਨੁੱਖ ਸੋਚਦਾ ਹੁਣ ਮੈਨੂੰ ਗਿਆਨ ਹੋ ਗਿਆ, ਪਰ ਫਿਰ ਰੋਂਦਾ ਰਹਿੰਦਾ ਹੈ, ਫਿਰ ਦੁਖੀ ਹੁੰਦਾ ਹੈ। ਕਿਉਂ? ਕਿਉਂਕਿ ਆਪ ਮੁਹਾਰੇ ਕੋਈ ਆਪਣੇ ਆਪ ਨੂੰ ਕਿਵੇਂ ਚੁੱਕ ਸਕਦਾ ਹੈ? ਕੋਈ ਤੇ ਕਿਸੇ ਨੂੰ ਚੁੱਕ ਸਕਦਾ, ਪਰ ਬੰਦਾ ਆਪਣੇ ਆਪ ਨੂੰ ਹੱਥਾਂ ਨਾਲ ਪੈਰਾਂ ਤੋਂ ਚੱਕ ਕੇ ਉਤਾਂ ਖੜੇ ਹੋ ਸਕਦਾ, ਇੱਦਾਂ ਕਦੇ ਨਹੀਂ ਹੋਏਗਾ। ਆਪਣੇ ਆਪ ਨੂੰ ਨਹੀਂ ਚੁੱਕ ਸਕਦਾ ਇਹ ਬੰਦਾ, ਕੋਈ ਚੁੱਕ ਸਕਦਾ ਹੈ।
गुरु कृपा करे तो ज्ञान हो सकता है, तो सतगुरु कृपा करके समझा देंगे ने। तन को जन भिन्न पुन चेतन भिन्न दिखाए। सतगुरु इदा दिखा देंगे है जिवें दही विच फुट्टियां वख वख हो जांदियां ने ते पानी पानी वख हो जाता है। गुरु दिखा देंगे है कि शरीर वखरा है, तू शरीर नालों वख है। तू शरीर करके नहीं है बल्कि शरीर तेरे करके है। ऐ समझ लै, जे तू ना होए शरीर का कोई वजूद नहीं है। तू है शरीर विच तां शरीर बोलता है, तू है शरीर विच ते शरीर चलता है। जिदन तू शरीर विचों चला गया, कह लगे जब लग गुरबाणी विच शब्द है, जिन्ना चिर जिकर वसै कंत, जिन्ना चिर कंत जिहड़ा स्वामी शरीर विच वसदा है उन्ना चिर सारे मनुख जीओ जीओ कहते हैं। पर जिदन शरीर विचों आत्मा निकल जाती है उदन कोई ना पूछे तेरी बात, उदन तो कोई नहीं पुछदा है। गुरु जना देंदे है कि तू शरीर नहीं है, शरीर तेरे करके है। तो समझा देंगे जदों सतगुरु सत आत्मा जानही देह अनित सदाए। तो गुरु के कहण की गल है, गुरु के बचनों में एक इहो जी ताकत है। गुरु के बचन तीर वर्गे ने, जदों ही बोलिया है उस वेले हिरदे में वजणगे जाके। साडी बोली तो वह है कि जिवें एक सुने घाह विच ਕਾਂ बोलता पिया होए, तां गुरां दी बोली तो इहो जी है जदों ही गुरु ने बोलिया है हिरदा उस वेले पलट जाएगा। सारियां वासनावां एक छिड़ विच वलीन हो जाणगियां। ते गुरु साहब कृपा करके समझा देंदे ने कि तू शरीर नहीं है, तू आत्मा है। ते आत्मा देह अनित सदाए। शरीर अनित है, नित नहीं रहने वाला है। अज जवान है कल नूं बुढ़ा हो जाएगा, अज बुढ़ा है कल नूं नाश हो जाएगा। यह शरीर सदा नहीं रहने वाला है, पर तू सदा रहेगा, तू नहीं जाने वाला है। हाँ, जेकर तेरे मन में वासना है, कामना करके तेनों फिर नवा शरीर मिल जाएगा। नवे शरीर भोगी जाना है, फिर चले जाना है। जिदन पूर्ण ज्ञान हो गया फिर शरीर की लोड़ कोई ना, शरीर में फिर भोगांगे, फिर शरीर तो बिना असी सुखी होवांगे। सतगुरु समझा देंगे है सत असत संबंध जो कछु ना जानह कोए। एक मनुख वो है जिहड़ा नहीं जानता सच की है झूठ की है, बड़ियां बड़ियां गल्लां करता है पर पता कुछ भी नहीं, अपने बारे तो कुछ भी नहीं पता है, लोगों बारे बड़ियां गल्लां करता है मनुख। आखे फलाना बड़ा दुष्ट है, ਉਹਦਾ बड़ा जीवन माड़ा है, अपने बारे कुछ भी नहीं पता है। एक वो आदमी जिन्हों सच झूठ का कोई नहीं पता है। संबंध जो कछु जानो सोए, इहो जिहा मनुख है जैसे शब्द तिमर को नेर न कबहू होए। ਉਹਦੀ हालत इहो जी है जिवें कि सूरज के नेड़े हनेरा नहीं आ सकता है, जिन्ना चिर अज्ञान है परमात्मा की सोझी नहीं हो सकती है। क्यों नहीं होएगी? क्योंकि दोनों वख वख ने, दो दो पहलू ने। जिथे दिन है उथे रात का की संबंध है, जिथे रात है उथे दिन किवें? यह दोनों इकट्ठियां नहीं हो सकदियां ने। इस करके जिथे ज्ञान है उथे ज्ञानता काहदी, उथे शरीर दीयां गल्लां फजूल ने। किते गुरु साहब ने कहा है कि काला बंदा मेरे कोल ना आए, गुरु ये जिहड़ा गोरा वो आवे। किते गुरु साहब ने कहा है कि कोई इस्त्री ना साडे कोलों आए, पुरुष ही आउण। नहीं, सतगुरु जी ने ब्रह्म नूं देखिया है, सारिਆਂ विच उन्होंने इको नूं देखिया है। मैं सुनिया है कि अमेरिका दे विच कोई चर्च सी इहो जी जिहदे विच सिर्फ उन्होंने गोरिਆਂ नूं अलाउड कीता सी कि इहो ही आके चर्च विच हाज़री भरन, काला ना कोई आ जाए। हबशी जिहड़े हुंदे आ नीगरो कह लगे ये ना कोई आ जाए इत्थे। पर हुण उन्हां विच भी तां ओह जोत है, वो भी तो बेचारे दुखी सुखी हुंदे है, उन्हां नूं भी भुख प्यास लगदी है, वो भी तो शरीरां विच आए हुए है। एक हबशी दे मन विच आ गया है कि मैं भी जावां चर्च विच ते मैं भी खुदा के दर्शन करां। क्योंकि जिहड़ा बंदा दूर हुंदा है ना, ਉਹਦੇ अंदर भावना हुंदी है। नेड़े विच रहण वाला जिहड़ा है ना, जिहड़ा नेड़े रहिंदा होए ਉਹਨੂੰ साथ कोई नहीं हुंदी है। तुसीं देखदे हो प्रतੱਖ है। आ हुण इत्थे साडे जिहड़ा मेला लंघ के गया होया है,
ਇੱਥੇ ਜਿਹੜੇ ਸਾਡੇ ਰਹਿਣ ਵਾਸੀ ਜਿਹੜੇ ਲੋਕ ਆ ਨੇੜੇ ਤੇੜੇ ਦੇ, ਇਹਨਾਂ ਨੂੰ ਤਾਂ ਕੋਈ ਮਤਲਬ ਨਹੀਂ ਸੀ ਵੀ ਚੋਲਾ ਸਾਹਿਬ ਗੁਰੂ ਸਾਹਿਬ ਦਾ ਹੈ, ਕੋਈ ਮਤਲਬ ਹੀ ਨਹੀਂ ਹੈ। ਸਿਰਫ ਆਪਣੇ ਆਪਣੇ ਕੋਈ ਟਰੈਕਟਰਾਂ 'ਤੇ ਚੜ੍ਹਿਆ ਹੋਇਆ, ਕੋਈ ਮੋਟਰਸਾਈਕਲਾਂ 'ਤੇ, ਕੋਈ ਹੋਰ ਪੁੱਠੇ ਸਿੱਧੇ ਕੰਮਾਂ ਵਿੱਚ ਲੱਗੇ ਹੋਏ ਹੈ। ਜਿਹੜੇ ਦੂਰੋਂ ਆ ਰਹੇ ਹੈ ਉਹਨਾਂ ਦੇ ਮਨ ਵਿੱਚ ਭਾਵਨਾ ਹੈ, ਉਹਨਾਂ ਦੇ ਮਨ ਵਿੱਚ ਇਹ ਹੈ ਕਿ ਦੀਨ ਦੁਨੀਆ ਦੇ ਵਾਲੀ ਸਤਿਗੁਰਾਂ ਦਾ ਚੋਲਾ ਦੇਖਾਂਗੇ, ਕਾਮਨਾ ਹੁੰਦੀ ਹੈ ਮਨ ਵਿੱਚ। ਪਰ ਅਸੀਂ ਨੇੜੇ ਰਹਿੰਦੇ ਹਾਂ, ਸਾਨੂੰ ਸਾਰ ਕੋਈ ਨਹੀਂ, ਕਿਉਂਕਿ ਨੇੜੇ ਨਹੀਂ ਹੋਏ, ਕੋਈ ਪਤਾ ਨਹੀਂ। ਸੋਚਦੇ ਹਾਂ ਫਿਰ ਕਿਤੇ ਦਰਸ਼ਨ ਕਰ ਲਵਾਂਗੇ। ਕੋਈ ਹੈ ਜਿਨ੍ਹਾਂ ਨੇ ਦਰਸ਼ਨ ਕੀਤੇ ਆ ਜਾ ਕੇ, ਬਾਕੀ ਤਾਂ ਉਹ ਹੀ ਰੌਣਕ ਮੇਲੇ ਵਿੱਚ ਹੀ ਗੁੱਝੇ ਰਹੇ ਆ ਸਾਰੇ। ਅਤੇ ਇਹ ਕਹਿਣ ਲੱਗੇ ਜਿਹੜਾ ਨੀਗਰੋ ਸੀ ਨਾ, ਰਾਤ ਨੂੰ ਗਿਆ ਜਦੋਂ, ਉਹਨੇ ਸੋਚਿਆ ਵੀ ਦਿਨੇ ਗਿਆ ਅਤੇ ਮੈਨੂੰ ਉਹਨਾਂ ਵੜ ਨਹੀਂ ਦੇਣਾ ਹੈ। ਰਾਤ ਨੂੰ ਗਿਆ ਅਤੇ ਉਹ ਜਿਹੜੇ ਗੋਰੇ ਸੀ ਉਹਨਾਂ ਨੇ ਰੋਕ ਦਿੱਤਾ। ਉਹ ਜਿਹੜਾ ਚਰਚ ਵਿੱਚ ਪਾਰਸ ਜੀ ਜਿਹੜਾ ਉੱਥੋਂ ਦਾ ਪਾਦਰੀ ਸੀ ਨਾ, ਉਹਨੇ ਕਹਿ ਦਿੱਤਾ, ਕਹਿਣ ਲੱਗਾ ਵੀ ਤੂੰ ਇੱਥੇ ਕੀ ਕਰਨ ਆ ਗਿਆ, ਤੇਰਾ ਇੱਥੇ ਕੀ ਕੰਮ ਹੈ, ਇੱਥੇ ਤਾਂ ਕਾਲਿਆਂ ਦੀ ਮਨਾਹੀ ਹੈ। ਉਹਨੇ ਆਖਿਆ ਵੀ ਮੇਰੇ ਮਨ ਵਿੱਚ ਹੈ ਵੀ ਮੈਂ ਵੀ ਦਰਸ਼ਨ ਕਰਾਂ ਜਾ ਕੇ। ਕਹਿਣ ਲੱਗਾ ਵੀ ਤੂੰ ਦਰਸ਼ਨ ਕੀ ਕਰੇਂਗਾ, ਤੇਰਾ ਤਾਂ ਹਲੇ ਮਨ ਨਹੀਂ ਸਾਫ਼ ਹੋਣਾ, ਪਹਿਲਾਂ ਮਨ ਸਾਫ਼ ਕਰਕੇ ਆ। ਹੁਣ ਬਹਾਨਾ ਲਗਾਇਆ ਨਾ, ਸਿੱਧੀ ਮਨਾਹੀ ਨਹੀਂ ਕੀਤੀ ਹੈ। ਕਹਿਣ ਲੱਗੇ ਪਹਿਲਾਂ ਮਨ ਸਾਫ਼ ਕਰਕੇ ਆ ਅਤੇ ਫਿਰ ਤੈਨੂੰ ਦਰਸ਼ਨ ਹੋਣਗੇ। ਜੇ ਤੇਰਾ ਮਨ ਹੀ ਮੈਲਾ ਹੋਇਆ, ਤੂੰ ਦਰਸ਼ਨ ਕਰਕੇ ਲਏਂਗਾ ਕੀ। ਅਤੇ ਉਹ ਘਰ ਚਲਾ ਗਿਆ, ਵਾਪਸ ਨਾ ਆਇਆ ਮੁੜ ਕੇ। ਉਹ ਲੱਗ ਪਿਆ ਹੁਣ ਮਨ ਨੂੰ ਸਾਫ਼ ਕਰਨ ਵਾਸਤੇ, ਕਿਉਂਕਿ ਜਿਹਦੇ ਹਿਰਦੇ ਵਿੱਚ ਚੋਟ ਹੈ ਨਾ, ਜਿਹਨੂੰ ਪਿਆਸ ਲੱਗੀ ਹੈ, ਉਹਨੇ ਪਾਣੀ ਲੱਭ ਹੀ ਲੈਣਾ ਹੈ। ਹੁਣ ਉਹਦੇ ਮਨ ਵਿੱਚ ਕਾਮਨਾ ਸੀ ਦਰਸ਼ਨਾਂ ਦੀ, ਲੱਗ ਪਿਆ ਹੈ ਹੁਣ ਪ੍ਰੇਮ ਵਿੱਚ ਭਿੱਜਿਆ ਹੋਇਆ, ਰੋਜ਼ ਬੈਠ ਕੇ ਮਨ ਵੱਲ ਝਾਕਦਾ ਹੈ। ਅਤੇ 2 ਮਹੀਨੇ ਲੰਘ ਗਏ ਅਤੇ ਉਹ ਪਾਦਰੀ ਫਿਰ ਕਿਧਰੇ ਮਿਲ ਪਿਆ ਉਹਨੂੰ। ਕਹਿਣ ਲੱਗਾ ਤੂੰ ਆਇਆ ਨਾ ਮੁੜ ਕੇ, ਹੁਣ ਤਾਂ 2 ਮਹੀਨੇ ਹੋ ਗਏ। ਟਿੱਚਰ ਜੀ ਕੀਤੀ ਉਹਨੂੰ ਜਾਣ ਬੁੱਝ ਕੇ। ਕਹਿਣ ਲੱਗਾ ਤੂੰ ਆਇਆ ਨਾ ਮੁੜ ਕੇ। ਉਹ ਫਿਰ ਨੀਗਰੋ ਨੇ ਆਖਿਆ, ਜਿਹੜਾ ਕਾਲਾ ਸੀ, ਉਹਨੇ ਆਖਿਆ ਵੀ ਮੈਂ ਆਉਂਦਾ ਕਿਵੇਂ, ਮੈਂ ਰਾਤ ਨੂੰ ਸੁੱਤਾ ਸੀ ਇੱਕ ਦਿਨ ਅਤੇ ਮੇਰੇ ਮਨ ਵਿੱਚ ਆਇਆ ਸੀ ਮੈਂ ਫਿਰ ਜਾਵਾਂ, ਜਾ ਕੇ ਚਰਚ ਵਿੱਚ ਦਰਸ਼ਨ ਕਰਕੇ ਆਵਾਂ। ਅਤੇ ਮੈਨੂੰ ਖੁਦਾ ਨੇ ਦਰਸ਼ਨ ਦਿੱਤੇ ਹੈ। ਮੈਨੂੰ ਆਖਿਆ ਭਲਿਆ ਮਾਨਸਾ ਕਿੱਥੇ ਚੱਲਣਾ ਹੈ, ਅਤੇ ਮੈਂ ਆਖਿਆ ਮੈਂ ਤਾਂ ਤੁਹਾਡੇ ਦਰਸ਼ਨ ਕਰਨ ਚੱਲਿਆ ਹਾਂ। ਅਤੇ ਇਲਹਾਮ ਹੋਇਆ, ਕਹਿਣ ਲੱਗੇ ਤੂੰ ਸਾਡੇ ਦਰਸ਼ਨ ਕਿੱਥੇ ਕਰ ਲਵੇਂਗਾ ਉੱਥੇ ਜਾ ਕੇ, ਮੈਨੂੰ ਤਾਂ ਕਈ ਸਾਲ ਹੋ ਗਏ ਮੈਂ ਹੀ ਨਹੀਂ ਉੱਥੇ ਜਾ ਸਕਿਆ। ਇਹ ਸਾਡੀ ਹਾਲਤ ਬਣੀ ਹੋਈ ਹੈ। ਮੰਦਰ ਗੁਰਦੁਆਰੇ ਇਹ ਸਾਰੇ ਅਸੀਂ ਖੁਦ ਮੰਨ ਲਏ ਹੈ। ਇੱਥੇ ਗੁਰੂ ਨੂੰ ਕਿੱਥੇ ਟਿਕਣ ਦਿੰਦੇ ਅਸੀਂ, ਗੁਰੂ ਨੂੰ ਸਮਝਦੇ ਥੋੜ੍ਹੀ ਆਪਾਂ। ਅਸੀਂ ਸੋਚਦੇ ਅਸੀਂ ਚੌਧਰੀ ਹਾਂ, ਸਾਨੂੰ ਬੜਾ ਪਤਾ ਹੈ। ਜਿਹੜਾ ਮਨੁੱਖ ਨੇ ਅੰਦਰ ਸੋਚਿਆ ਹੈ ਕਿ ਗੁਰੂ ਸਮਰੱਥ ਹੈ, ਮੇਰੇ ਅਗਿਆਨ ਨੂੰ ਮਿਟ ਦੇਵੇਗਾ, ਉਹਦਾ ਗਿਆਨ ਮਿਟੇਗਾ। ਜਿਹੜਾ ਸੋਚਦਾ ਮੈਂ ਗਿਆਨੀ ਹਾਂ, ਮੈਨੂੰ ਸਾਰੀ ਸਮਝ ਹੈ, ਉਹਨੂੰ ਕੀ ਲੋੜ ਹੈ। ਗੁਰੂ ਫਿਰ ਉਹਨੂੰ ਕੀ ਸਮਝਾ ਸਕਦੇ ਹੈ। ਗੁਰੂ ਉਹਨੂੰ ਸਮਝਾਉਂਦੇ ਨੇ ਜਿਹੜਾ ਕਹਿੰਦਾ ਗੁਰੂ ਸਾਹਿਬ ਜੀ ਮੈਂ ਕੁਛ ਨਹੀਂ ਹਾਂ, ਮੈਨੂੰ ਕੁਝ ਵੀ ਨਹੀਂ ਪਤਾ ਹੈ। ਗੁਰੂ ਉਸ 'ਤੇ ਕਿਰਪਾ ਕਰਦੇ ਨੇ। ਜਿਹੜਾ ਕਹਿੰਦਾ ਮੈਨੂੰ ਸਾਰਾ ਪਤਾ ਹੈ ਗੁਰੂ ਸਾਹਿਬ ਜੀ, ਵੈਸੇ ਉੱਦਾਂ ਜੇ ਤੁਸੀਂ ਆਪਦੀ ਫੋਰਮੈਲਿਟੀ ਨਾਲ ਮੈਨੂੰ ਕੋਈ ਸਮਝਾਉਣਾ ਤਾਂ ਸਮਝਾ ਦਿਓ, ਉਹਨੂੰ ਫਿਰ ਗੁਰੂ ਕੀ ਸਮਝਾਉਣਗੇ। ਉਹ ਸਮਝ ਸਕਦਾ ਹੈ ਜਿਹਨੇ ਕਿਹਾ ਮਹਾਰਾਜ ਜੀ ਮੈਂ ਦੁਸ਼ਟ ਹਾਂ, ਮੈਂ ਪਾਪੀ ਹਾਂ, ਮੈਂ ਕੁਛ ਵੀ ਨਹੀਂ ਹਾਂ। ਗੁਰੂ ਟੁੱਟ ਜਾਂਦੇ ਉਸ 'ਤੇ। ਜਿਹੜਾ ਕਹਿੰਦਾ ਮਹਾਰਾਜ ਮੈਂ ਸੇਵਾਦਾਰ ਹਾਂ, ਮੈਂ ਆਖੇ ਮੈਂ ਬੜਾ ਨਾਮਦਾਰ ਰਸੀਆਂ ਹਾਂ, ਜਿਹੜਾ ਹਜੇ ਮੈਂ ਕਰਦਾ ਹੈ ਨਾ, ਉਹ ਹਲੇ ਨਹੀਂ ਪਹੁੰਚ ਸਕਦਾ ਹੈ। ਉਹਦਾ ਹਲੇ ਰਸਤਾ ਬੜੀ ਦੂਰ ਹੈ, ਉਹਦੇ ਵਾਸਤੇ ਮੰਜ਼ਿਲ ਬੜੀ ਦੂਰ ਹੈ। ਅਤੇ ਹਨੇਰੇ ਦਾ ਅਤੇ ਸੂਰਜ ਦਾ ਕੀ ਮੁਕਾਬਲਾ ਹੈ, ਦੋਨੋਂ ਵੱਖ ਵੱਖ ਨੇ। ਜਿਵੇਂ ਆਪੋ ਕੋ ਨਾ ਜਾਣਈ ਬਿਨ ਸਤਿਗੁਰ ਉਪਦੇਸ਼, ਆਪਣੇ ਆਪ ਕੋਈ ਨਹੀਂ ਜਾਣ ਸਕਦਾ ਹੈ। ਜਿੰਨਾ ਚਿਰ ਸਤਿਗੁਰੂ ਉਪਦੇਸ਼ ਨਾ ਦੇਣ, ਉਹਨਾਂ ਚਿਰ ਸਾਨੂੰ ਸਮਝ ਨਹੀਂ ਆ ਸਕੇਗੀ। ਭਾਵੇਂ ਕਿ ਅਸੀਂ ਕਹਿ ਦਿੰਦੇ ਹਾਂ ਸਾਨੂੰ ਸਮਝ ਲੱਗ ਗਈ ਹੈ, ਪਰ ਨਹੀਂ ਸਮਝ ਲੱਗਦੀ ਹੈ। ਕੁਝ ਰਹਿ ਜਾਂਦਾ ਹੈ ਵਿੱਚ ਜੋ ਸਾਨੂੰ ਕਹਿ ਦਿੰਦਾ ਹੈ ਕਿ ਤੂੰ ਹਲੇ ਖਾਲੀ ਹਾਂ, ਪਰ ਅਸੀਂ ਸੁਣਨ ਵਾਸਤੇ ਇਸ ਨੂੰ ਤਿਆਰ ਨਹੀਂ ਹਾਂ। ਬੰਦਾ ਸਭ ਕੁਝ ਪੜ੍ਹ ਕੇ ਵੀ ਕੁਝ ਨਾ ਕੁਝ ਵਿੱਚੋਂ ਖਾਲੀ ਰਹਿ ਜਾਂਦਾ ਹੈ, ਪਰ ਉਹਨੂੰ ਪਤਾ ਹੁੰਦਾ ਹੈ ਕਿ ਮੈਨੂੰ ਸਾਰਾ ਕੁਝ ਤਾਂ ਨਹੀਂ ਪਤਾ ਹੈ, ਪਰ ਫਜ਼ੂਲ ਵਿੱਚ ਲੋਕਾਂ ਨੂੰ ਕਹਿੰਦਾ ਹੈ ਮੈਨੂੰ ਸਾਰਾ ਪਤਾ ਹੈ, ਮੈਨੂੰ ਸਾਰੇ ਤਰ੍ਹਾਂ ਦੇ ਲੋਕਾਂ ਬਾਰੇ ਪਤਾ ਹੈ, ਮੈਨੂੰ ਹਰ ਕਿਸੇ ਪਕਸ਼ ਵਿੱਚ ਜਾਣਕਾਰੀ ਹੈ। ਪਰ ਨਹੀਂ, ਉਹ ਮਨੁੱਖ ਝੂਠ ਬੋਲਦਾ ਹੈ। ਗੁਰੂ ਉਸ 'ਤੇ ਕਿਰਪਾ ਕਰ ਦਿੰਦੇ ਜਿਸ ਨੇ ਕਿਹਾ ਮੈਂ ਬਿਲਕੁਲ ਨਿਤ ਅਗਿਆਨੀ ਹਾਂ, ਮੈਨੂੰ ਕੁਝ ਵੀ ਨਹੀਂ ਪਤਾ ਹੈ। ਜਿਹਨੇ ਕਿਹਾ ਮੈਨੂੰ ਕੁਝ ਨਹੀਂ ਪਤਾ, ਗੁਰੂ ਨੂੰ ਸਾਰਾ ਕੁਝ ਜਣਾ ਦਿੰਦੇ ਹੈ।
ਜਿਹੜਾ ਕਹਿੰਦਾ मैं सब कुछ जानता हाँ, सब कुछ जानता हाँ, वो अखीर विच शूशा ही रह जाता है, खाली ठूठे वांग ही रह जाता है। सोई अजान कहया ना जाना, जानन हार ना शाना रे। ਜਿਹੜਾ ਕਹਿੰਦਾ मैं जान लिया है, मैनू समझ लग गई है, सतगुरु कह लगे वो अनजान है, वो ही मूर्ख है, क्योंकि जानन वाला वो की दसेगा। भरिया होए ना कबहू डोलै। एक घड़ा हुंदा है ते विच पानी है, जे पानी अद्धा है तो छन छन करेगा, जे पूरा भरिया होएगा फिर तो नहीं विचों आवाज़ आएगी, फिर कुछ भी नहीं आवाज़ आएगी, एकदम शून्य। ये जिहड़ा खाली है वो विचों ठक ठक करदी आवाज़ आएगी उहदे विचों। ऐ तां समझ लैना गुरु के बिना ज्ञान नहीं हो सकता। इस प्रकार कह सबन को तूषण पे जगतेश। ये सतगुरां ने ज्ञान रूपी उपदेश दृढ़ कराया ना, जदों सारे जिहड़े उत्थे खड़े ने वो दंग रह गए ने। सतगुरु महाराज हुण चुप कर गए। जदों पंडित सन्यासी बहुत उतर आए ना कोए। बड़े पंडित सी उत्थे, वेदां शास्त्रां दे ज्ञाते सन्यासी बड़े बड़े तगड़े सी, बड़े बड़े अपने आप नूं सन्यास्त आखदे सी, असीं जी सब कुछ त्यागया होया है। पर सतगुरां अगे कोई बोल ना सकिया, किसी की जबान ना काम कीती है। जबान किवें खुले, बंदा उहदे सामने बोलदा है जिहड़ा अपने नालों थोड़ा घट ज्ञानी लगे, जिहदे बारे पता है कि ये मेरे नालों ज़्यादा जानता है। उहदे सामने जबान नहीं बंदे की काम करती है, जबान रुक जाती उदों, कोई भी बोलता नहीं पिया है। सारे सन्यासी ब्राह्मण पंडित कोई बोलिया ना। बिखहे परस पर बदन निज, सन्मुख होए न सोए। अपने अपनियां शक्लां देखते हैं एक दूसरे वाल। अज जो बंदा शर्मिंदा हो जाता फिर कदे किसी वाल देखता है, कदे किसी वाल देखता है, झाकदा है, पर फिर गल तो कोई आउंदी नहीं उन्होंने। शर्मिंदे होए देखते हैं एक दूसरे वाल, बोलता नहीं कोई महाराज सामने। सन्यासी निज कहत पे कीर्तक काल बिताए। कुछ क समा जदों कोई भी ना बोलिया, फिर सन्यासी बोले। सन्यासियों ने इको दफा की आख्या, नानक चंद पंडित बड़ो तैं जीत्यो जग जाए। यह जिहड़ा नानू पंडित सी ना, जिन्हें आप दा नाम नानक चंद रखवाया सी, सारे सन्यासी आखदे है ऐ नानू पंडित जीओ तुसी ते सारिआं नूं हराया सी, तुसी ते किसी नूं चर्चा विच जितन ना दिता। हुण बोलो इन्हां अगे, दिओ जवाब इन्हां नूं, हुण बोलदे क्यों ना। नानू नूं उन्हां सारे सन्यासियों ने जदों आख्या, इस फकीर कै सामने चर्चा क्यों ना करंत। आखदे सन्यासी कह लगे आ फकीर सतगुरु नानक देव जी नूं फकीर संबोधन करते हैं। आखदे कि आ जिहड़ा फकीर है इहदे सामने क्यों नहीं बोलते हो। ऐ नानू पंडित जी तुसी ते बड़े धुरंधर ज्ञानी हो, तुसी ते वेदां दे बक्ते हो, महान शास्त्री हो तुसी, ते हुण बोलदे क्यों ना। ऐ फकीर तुहाडी बोलती बंद करी जा रहा है, बोलो कुछ जवाब दिओ इन्हां नूं। हुण इन्हां नूं हुण शर्मिंदिया करो। बेता अगमा निगम को सब मन मैं मतवंत। तुसी ते बेटा नाम हुंदा जानू, जानकार हो। किहदे जानकार हो। अगम निगम, अगम नाम है चार वेदां दा, निगम नाम है शास्त्रां दा। तुसी शास्त्रां नूं जाणदे हो। भली भांत चौपई सुनकर नानू पंडित तब ही बोलियो। तदों फिर जिहड़ा नानू पंडित है, हुण उन्हें देखिया कई बार बंदा बोलना तो नहीं चाहता है, पर उन्होंने हल्लाशेरी दे के कह दो कि बोल बोल तेनों की होया। वो सारिਆਂ ने उन्होंने हल्लाशेरी दे के ना ते नानू पंडित नूं अगे कर दिता है। वो नानू पंडित हुण सतगुरु नानक देव जी नूं की आखदा है। आखदा बोलियो सबन प्रेरियो जब ही, जदों सारिਆਂ दा प्रेरिया आखदा है। हुण श्री गुर घेर प्रताप दबावा बोलन लगा ते विचों फिर जबान रुकदी जाती है, क्योंकि सतगुरां दा प्रताप उन्होंने बोलन नहीं दे रहा है। सतगुरां दी अमृतमई बाणी करके उहदे कोल बोलन की क्षमता ही नहीं रह गई है, बोलन की ताकत खत्म हो गई है। हुण वो बोलना चाहुंदा है, हथ हिलाउंदा है, मूँह भी अगे करदा बोलण वास्ते,
पर जुबान नहीं उसकी काम करती पई, इन्ना डर गया है सतगुरां दी महान ज्ञान की ऐसी अमृतमई बाणी सुन के वो डर गया है, बोलता नहीं सतगुरां अगे साबत कोई ना उत्तर आवा। हुण कोई चंगा जिहा उन्होंने उत्तर नहीं आ रहा है, कोई ठोस जवाब नहीं उन्होंने आ रहा भी हुण मैं किहड़ा जवाब देवां, क्योंकि सतगुरां ने तो बिल्कुल नंगा ही कर दिता उन्होंने सारिਆਂ ਨੂੰ। हुण उत्तर की दवे, उन्होंने कोई ठोस उत्तर नहीं आ रहा। हुण की आखदा हे फकीर तैं कीनू कुकर्मा, फिर ओही गल्लां करन लग पिया, ऐ फकीरा तू बड़ा कुकर्म कीता, तू साडे रंग विच भंग पा दिता, पूरब दिवस पुन भाखत धर्मा। ऐ देख कि साडे अज सूरज नूं ग्रहण लगा होया है, एक तो पहला महान साडा त्यौहार है, असी पहला उहदे विच रुझे हाँ, ते दूसरा तू आपदियां धर्म दीयां गल्लां करदा सानू आके सानू समझाउंदा आके ऐ हुण फोकियां जिहियां गल्लां करदा है, जिवें बंदा कोई जवाब ना आए तो फिर वो गालां कढण लग पैंदा। कईयां बंदियां दा सुभाव हुंदा है जदों उत्तर ना आए फिर गालां कढणीਆਂ। हुण उहनूं कोई गल नहीं आ रही है तो फिर ओह गल करनी शुरू कर दित्ती, आखे तुसीं साडे रंग विच भंग पा दिता है, तुसीं सानू समझिया नहीं कुछ, तुसीं साडे धर्म की शरेआम बेअदबी कीती है। इदां वो कहंदा किस प्रकार तू हमें बतावै, फिर कहंदा भी तुसीं ते अपने कोलों गल्लां बनाई जांदे हो, तुसीं किहड़ा कितों पढ़े होए हो, तुहानूं किहड़ा कोई पता है। ते सतगुरु सच्चे पातशाह नूं तां आम समझदे है कि खौरे इन्हां नूं किहड़ा कोई धर्म के बारे कोई जानकारी है। कहंदे कि साडे वेदां विच शास्त्रां विच तां महान निंदिया कीती है मास की, वो इदां आखदे है। उन्हां सोचिया कि इन्हां नूं किहड़ा पता होना, ये तां फकीर जिहा है, सादे जे लिबास ते इन्हें चोला पहनिया होया है, इहनूं की पता भी धर्म की हुंदा है। ते वो कहंदे भी साडे ते ग्रंथां विच इदां लिखिया होया है कि मास की सख्त मनाही है, तुसीं सानू आके सिक्ख्या देन लग पए हो। जे सब शास्त्र दोष लगावै, तुसीं ते आप दी सिक्ख्या दे के ना सारे शास्त्रां नूं खंडन करी जा रहे हो, तुसीं शास्त्रां दी किसी भी मत नूं नहीं मनदे हो। सोचदे है कि इन्हां ने किहड़ा पढ़िया होएगा, क्योंकि साध संगत जी आप जी ज्ञात वास्ते अर्ज करां, ये 4 वेद जिन्हें पढ़ने होवन। तो मैं तकरीबन 2 साल पहले बनारस गया सी, उत्थे वो पंडितां दा ही लड़का सी, वो कहंदा सी कि मैनूं 8 साल तो ही पढ़न विच लाया है। वो कर्म कांड सिੱਖਦਾ सी, ਇਹ 3 कांड है वेदां दे विच, कर्म कांड, उपासना कांड ते ज्ञान कांड। ते उन्हें आख्या भी सानू बचपन विच ही लगा दिता जाता है, ते तकरीबन कोई 40 साल दे उम्र तक इन्ना जेकर कोई पढ़े तो फिर 4 वेदां का ज्ञाता हुंदा है, फिर कोई वो किसी नूं आप दे बारे दस सकता है। तो इन्हां नूं पता सी कि असीं ते बड़े बड़े पढ़े हुए हाँ, ऐ सानू किवें हरा सकदे है। कहंदे तुसीं किहड़ा वेदां नूं पढ़िया होया, तुसीं ते शरेआम वेदां दीयां धज्जियां उडाई जा रहे हो, तुसीं शास्त्रां दा खंडन करी जांदे हो, तुसीं साडी सारियां मतां नूं नाश करदे हो। दान शनान पूजबे गाला, देखो जी साडे शास्त्रां विच लिखिया होया है कि जदों पूजा का समा होए ना उदों दान करना चाहिए है, उदों इशनान करना चाहिए है। ते तुसीं पूजा के समय आम खरीदत पाप विशाला, तुसीं पूजा के समय आके मास रिढ़ लिया साडे, ते हुण तुसीं सानूं सिक्ख्या दे रहे हो। उल्टा तुहानूं ते चाहिदा सी आपदी गलती मननी, तुसीं सानूं समझाई जा रहे हो। ऐ सतगुरु नानक देव जी नूं जदों इन्हां पंडितां ने इक्को वारी बोली जांदे आ सारे, ऐ जदों भीड़ भड़का होए ना एक बंदे नूं वारे नहीं आउण दिंदे है, सारे बोलदे है कि देखो जी तुसीं साडी सुनवाई नहीं करदे हो, तुहानूं ते दंड मिलना चाहिए, तुहानूं ते फाहे लाउणा चाहिए। बड़े गुस्से नाल गल्लां करदे, कैसो तेरो एह सिद्धांता, ते कहण लगे तुहाडा सिद्धांत की है, हले तक सानूं समझ नहीं लगी है। उत्तर दे न तो होए है पाता, कहण लगे कि सचो सच दस दे तू किहड़े प्रयोजन वास्ते इत्थे आया है। ना दसिया कि तैनूं आ सलोतरां नाल मार मार के इत्थे मार देवांगे, सच दसदे सन। इदां गुरु नानक साहब नूं वो बोलदे हन,
सब विद वेता सतगुर बोले, ਜਿਹੜੀਆਂ ਸਾਰੀਆਂ ਵਿਧੀਆਂ ਨੂੰ ਜਾਣਨ ਵਾਲੇ ਹੈ। ਐਸੇ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲੇ ਨੇ। ਫਿਰ ਆਖਦੇ ਨੇ ਮਰਦਾਨਿਆਂ, ਇਹ ਰੌਲੇ ਰੱਪੇ ਵਿੱਚ ਇਹਨਾਂ ਨਹੀਂ ਸੁਣਨਾ ਸਾਨੂੰ। ਰਬਾਬ ਛਿੜੇਗੀ, ਇਹ ਸਾਰੇ ਚੁੱਪ ਹੋ ਜਾਣਗੇ, ਕਿਉਂਕਿ ਸੰਗੀਤ ਦੀ ਧੁਨੀ ਹੈ। ਸੰਗੀਤ ਵੱਜਦਾ ਹੋਏ ਬੰਦਿਆਂ ਨੂੰ ਮੁਗਧ, ਇਹ ਚੁੱਪ ਹੋਣਾ ਹੀ ਪਏਗਾ। ਕਹਿਣ ਲੱਗੇ ਕਿ ਇੱਦਾਂ ਨਹੀਂ ਨਾ ਚੁੱਪ ਹੋਣਾ, ਬੋਲੀ ਜਾ ਰਹੇ ਨੇ ਲਗਾਤਾਰ। ਕਹਿਣ ਲੱਗੇ ਮਰਦਾਨੇ ਰਬਾਬ ਛੇੜ। ਜਦੋਂ ਸਤਿਗੁਰੂ ਜੀ ਕਹਿਣ ਲੱਗੇ ਦਵਿਜ ਸੰਨਿਆਸੀ ਅਪਰ ਨਰ, ਸੁਨ ਨਹਿ ਭੀੜ ਵਿਸਾਲ। ਜਿੰਨੇ ਪੰਡਤ ਨੇ, ਸੰਨਿਆਸੀ ਨੇ, ਸਾਰੇ ਸੁਣਨ ਵਾਸਤੇ ਤਿਆਰ ਹੋ ਗਏ ਨੇ। ਤੇ ਫਿਰ ਜਿਵੇਂ ਸਤਿਗੁਰੂ ਜੀ ਮਾਸ ਬਾਰੇ ਫਿਰ ਅੰਮ੍ਰਿਤਮਈ ਬਾਣੀ ਵਿੱਚ ਜਿਵੇਂ ਸਮਝਾਉਂਦੇ ਨੇ, ਉਹ ਆਪਾਂ ਵਾਰਤਾ ਅਗਲੇ ਦੀਵਾਨਾਂ ਵਿੱਚ ਸ਼ਰਵਣ ਕਰਾਂਗੇ। ਜਿਵੇਂ ਸਤਿਗੁਰੂ ਜੀ ਕਹਿਣਗੇ ਕਿ ਕੌਣ ਮਾਸ ਕੌਣ ਸਾਗ ਕਹਾਵੈ, ਕਿਹੜਾ ਮਾਸ ਹੈ ਕਿਹੜਾ ਸਾਗ ਹੈ, ਸਤਿਗੁਰੂ ਸਮਝਾਉਣਗੇ। ਧਰਮ ਦੀ ਕਿਰਤ ਕਰਨੀ, ਹੱਕ ਹਲਾਲ ਦੀ ਕਮਾਈ ਕਰਨੀ, ਇਹ ਸਾਗ ਖਾਣਾ ਹੈ। ਹੱਕ ਪਰਾਇਆ ਨਾਨਕਾ, ਉਸ ਸੂਵਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੈ, ਜਾਂ ਮੁਰਦਾਰ ਨਾ ਖਾਏ। ਬੰਦਾ ਮਾਸ ਨਹੀਂ ਵੀ ਖਾਂਦਾ, ਪਰ ਜੇ ਲੋਕਾਂ ਦਾ ਖੂਨ ਚੂਸਦਾ ਪਿਆ ਹੈ, ਲੋਕਾਂ ਨਾਲ ਠੱਗੀਆਂ ਕਰਦਾ ਪਿਆ ਹੈ, ਉਹ ਮਾਸ ਆਹਾਰੀ ਨਾਲੋਂ ਵੱਡਾ ਦੰਡਦਾਈ ਹੈ। ਉਹਨੂੰ ਹੋਰ ਸਜ਼ਾ ਮਿਲਣੀ ਚਾਹੀਦੀ ਹੈ। ਇਹ ਸਤਿਗੁਰੂ ਜਿਵੇਂ ਸਮਝਾਉਂਦੇ ਨੇ, ਅਸੀਂ ਉਹ ਕੱਲ੍ਹ ਦੇ ਦੀਵਾਨਾਂ ਵਿੱਚ ਸ਼ਰਵਣ ਕਰਾਂਗੇ। ਤੁਸ਼ ਬੁੱਧੀ ਨਾਲ ਸਤਿਗੁਰਾਂ ਦਾ ਜਸ ਕਰਦੇ ਹਾਂ। ਬੇਅੰਤ ਭੁੱਲਾਂ ਦੀ ਖਿਮਾ। ਆਪ ਸਾਰੀ ਸੰਗਤ ਦਾ ਰੋਮ ਰੋਮ ਕਰਕੇ ਧੰਨਵਾਦ ਹੈ। ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਤਿਗੁਰਾਂ ਦੇ ਇਤਿਹਾਸ ਨੂੰ ਸੁਣਿਆ। ਆਓ ਜੀ ਅਖੀਰਲੀਆਂ ਪੰਕਤੀਆਂ ਪੜ੍ਹੀਏ, ਗੁਰ ਫਤਿਹ ਵਿੱਚ ਸਾਂਝ ਪਾਈਏ। ਸਭ ਵਿਦ ਵੇਤਾ ਸਤਿਗੁਰੂ ਬੋਲੇ, ਬਤ ਤਤਕਾਲ। ਦਵਿਜ ਸੰਨਿਆਸੀ ਅਪਰ ਨਰ, ਸੁਨ ਨਹਿ ਭੀੜ ਵਿਸਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।